ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਅੰਮ੍ਰਿਤ ਵੇਲੇ ਤੋਂ ਤਿਲਕ ਤੇ ਜੰਜੂ ਦੇ ਰਾਖੇ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜਗਤ ਗੁਰੂ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਉਪਰੰਤ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਮਹਾਵਾਕ ਭਾਈ ਸਾਹਿਬ ਜੀ ਦੀ ਰਚਨਾ ਤੋਂ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਖਾਲਸੇ ਪੰਥ ਦੇ ਨਿਤਨੇਮ ਦੀ ਬਾਣੀ ਹੈ ਸ੍ਰੀ ਆਨੰਦ ਬਾਣੀ। ਤੀਸਰੇ ਗੁਰਦੇਵ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਮਹਾਰਾਜ ਜੀ ਦੇ ਪੋਤਰੇ ਨੇ ਜਨਮ ਲਿਆ ਹੈ, ਜਿਨ੍ਹਾਂ ਦਾ ਨਾਮ ਬਾਬਾ ਆਨੰਦ ਜੀ ਹੈ। ਆਪਣੇ ਪੋਤਰੇ ਨੂੰ ਵੇਖ ਕੇ ਗੁਰਦੇਵ ਜੀ ਨੇ ਉਹਨਾਂ ਦਾ ਨਾਮ ਜਿੱਥੇ ਬਾਬਾ ਆਨੰਦ ਰੱਖਿਆ, ਉੱਥੇ ਇਸ ਪਾਵਨ ਬਾਣੀ ਦੀ ਰਚਨਾ ਕਰਕੇ ਆਖਿਆ ਇਹ ਆਨੰਦ ਬਾਣੀ ਹੈ। ਜਿਹੜਾ ਮਾਈ ਭਾਈ ਇਸ ਪਾਵਨ ਬਾਣੀ ਦਾ ਜਾਪ ਕਰੇਗਾ, ਪੜ੍ਹੇਗਾ, ਸੁਣੇਗਾ ਤੇ ਇਸ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇੱਕ ਸੇਵਕ ਸਨ ਭਾਈ ਬੱਲੂ ਜੀ, ਜੋ ਸਤਿਗੁਰਾਂ ਨੂੰ ਇਸ਼ਨਾਨ ਪਾਨ ਕਰਾਉਣ ਦੀ ਸੇਵਾ ਕਰਦੇ ਸਨ। ਮਹਾਰਾਜ ਜੀ ਦੇ ਬਸਤਰ ਧੋਣੇ, ਗੁਰਦੇਵ ਨੂੰ ਭੋਜਨ ਛਕਾਉਣਾ, ਸਾਰੀ ਸੇਵਾ ਭਾਈ ਬੱਲੂ ਜੀ ਕਰਦੇ ਸੀ। ਜਦੋਂ ਇਹ ਬਾਣੀ ਦੀ ਰਚਨਾ ਕੀਤੀ, ਗੁਰੂ ਅਮਰਦਾਸ ਸਾਹਿਬ ਨੇ ਭਾਈ ਬੱਲੂ ਨੂੰ ਆਖਿਆ, ਭਾਈ ਬੱਲੂ ਗਲ 'ਚ ਢੋਲਕ ਪਾ ਕੇ ਵਜਾ ਕੇ ਇਸ ਪਾਵਨ ਬਾਣੀ ਦਾ ਜਾਪ ਉੱਚੀ ਉੱਚੀ ਆਵਾਜ਼ 'ਚ ਕੋਠੇ ਦੀ ਛੱਤ ਤੇ ਚੜ੍ਹ ਕੇ ਕਰੋ, ਤਾਂ ਜੋ ਦੂਰ ਤੱਕ ਇਸ ਬਾਣੀ ਦੀ ਆਵਾਜ਼ ਜਾਵੇ। ਤਾਂ ਭਾਈ ਬੱਲੂ ਜੀ ਨੇ ਉਸ ਵਕਤ ਇਸ ਪਾਵਨ ਬਾਣੀ ਨੂੰ ਢੋਲਕ ਗਲ ਵਿੱਚ ਪਾ ਕੇ ਨਾਲ ਢੋਲਕ ਵਜਾਈ, ਕੋਠੇ ਦੀ ਛੱਤ ਤੇ ਚੜ੍ਹ ਕੇ ਉੱਚੀ ਆਵਾਜ਼ ਵਿੱਚ ਇਸ ਪਾਵਨ ਬਾਣੀ ਦਾ ਗਾਇਨ ਕੀਤਾ। ਦੂਰ ਤੱਕ ਜਿੱਥੇ ਜਿੱਥੇ ਬਾਣੀ ਦੀ ਕਲਾ ਵਰਤੀ, ਸਭ ਪਾਸੇ ਆਨੰਦ ਵਰਤ ਗਿਆ। ਤੋ ਐਸੀ ਇਹ ਪਾਵਨ ਬਾਣੀ ਹੈ ਆਨੰਦ ਬਾਣੀ। ਖੰਡੇ ਬਾਟੇ ਦੀ ਪੌਲ ਤੇ ਪੰਜਾਂ ਬਾਣੀਆਂ 'ਚ ਇਸ ਪਾਵਨ ਬਾਣੀ ਦਾ ਜਾਪ ਜਪਿਆ ਜਾਂਦਾ ਹੈ। ਗੁਰਸਿੱਖ ਦਾ ਕੋਈ ਵੀ ਕਾਰਜ ਹੋਵੇ, ਖੁਸ਼ੀ ਦਾ ਹੋਵੇ, ਗਮੀ ਦਾ ਹੋਵੇ, ਅਰਦਾਸ ਬੇਨਤੀ ਕਰਨੀ ਹੋਵੇ, ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੋਵੇ, ਪਹਿਲਾਂ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕੀਤਾ ਜਾਂਦਾ ਹੈ। ਇਹਦੇ ਨਾਲ ਮੋਹਰ ਲੱਗਦੀ ਹੈ, ਇਹ ਮੁੰਦਾਵਣੀ ਹੈ ਸਤਿਗੁਰਾਂ ਦੀ, ਕਿ ਜਿਸ ਮੁੰਦਾਵਣੀ ਦੇ ਲੱਗਣੇ ਨਾਲ ਉਹ ਕਾਰਜ ਗੁਰੂ ਕਾ ਹੋ ਜਾਂਦਾ ਹੈ। ਸੋ ਐਸੀ ਪਾਵਨ ਅੰਮ੍ਰਿਤਮਈ ਬਾਣੀ ਚੋਂ ਅੱਜ ਦੇ ਪਾਵਨ ਸ਼ਬਦ ਆਪਾਂ ਵਿਚਾਰਨੇ ਹਨ। ਅਖੀਰਲੀਆਂ ਪੌੜੀਆਂ ਹਨ ਸ੍ਰੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ। ਮਨ ਬਿਰਤੀਆਂ ਇਕਾਗਰ ਕਰਕੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਨਾਲ ਸੁਰਤ ਬਿਰਤ ਨੂੰ ਜੋੜੀਏ ਔਰ ਹਾਜ਼ਰੀਆਂ ਲਵਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਕਹਿੰਦੇ ਜਦੋਂ ਮੈਂ ਆਪਣੇ ਪ੍ਰਭੂ ਦਾ ਆਗਮਨ ਸੁਣਿਆ ਕਿ ਮੇਰੇ ਪ੍ਰਭੂ ਜੀ ਆ ਰਹੇ ਹਨ, ਮੇਰੇ ਪ੍ਰਭੂ ਜੀ ਦਾ ਹਿਰਦੇ 'ਚ ਸਾਖਸ਼ਾਤਕਾਰ ਹੋਣ ਲੱਗਾ।
ਕਿਉਂਕਿ ਪ੍ਰਭੂ ਦੇ ਸਾਖਸ਼ਾਤਕਾਰ ਹੋਣ ਦੀਆਂ ਨਿਸ਼ਾਨੀਆਂ ਪਹਿਲੋਂ ਦਿਸਣ ਲੱਗ ਪੈਂਦੀਆਂ। ਪ੍ਰਭੂ ਜੀ ਦਾ ਆਗਮਨ ਹੋਣਾ ਹੈ, ਉਹਦੇ ਵਾਸਤੇ ਪਹਿਲੋਂ ਹੀ ਅੰਦਰ ਕੁਝ ਚਿਹਨ ਨਜ਼ਰ ਆਉਣ ਲੱਗ ਪੈਂਦੇ। ਅੰਦਰ ਖੇੜਾ ਆਉਣਾ ਸ਼ੁਰੂ ਹੋ ਜਾਂਦਾ, ਅੰਦਰ ਵਿਗਾਸ ਆਉਣਾ ਸ਼ੁਰੂ ਹੋ ਜਾਂਦਾ। ਮਹਾਪੁਰਸ਼ ਮਹਾਤਮਾ ਦੱਸਦੇ ਹਨ ਕਿ ਜਦੋਂ ਕੋਈ ਅੰਮ੍ਰਿਤ ਵੇਲੇ ਸਿਮਰਨ ਸਾਧਨਾ 'ਚ ਜੁੜ ਜਾਏ, ਭਜਨ ਕਰਨ ਲੱਗ ਪਵੇ, ਤੇ ਜਦੋਂ ਭਜਨ ਕਰਨ ਲੱਗ ਪਵੇ, ਰਸਨਾ ਨਾਲ ਜਾਪ ਜਪਣ ਲੱਗ ਪਵੇ, ਤਾਂ ਸਮਝ ਲੈਣਾ ਚਾਹੀਦਾ ਵੀ ਹੁਣ ਛੋਟਾ ਜਿਹਾ ਬੱਚਾ ਸੀ, ਉਹਨੂੰ ਬੋਲਣਾ ਆਉਣਾ ਸ਼ੁਰੂ ਹੋ ਗਿਆ। ਉਸ ਬਾਲਕ ਨੇ ਬੋਲਣਾ ਸ਼ੁਰੂ ਕਰ ਦਿੱਤਾ। ਜਪਦਿਆਂ 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 ਜਦੋਂ ਹਿਰਦੇ ਵਿੱਚ ਟਿਕਾ ਤੇ ਆਨੰਦ ਬਣਨ ਲੱਗ ਪਵੇ, ਤੋ ਸਮਝ ਲੈਣਾ ਚਾਹੀਦਾ ਵੀ ਹੁਣ ਉਸ ਬੱਚੇ ਦੀਆਂ ਲੱਤਾਂ ਵਿੱਚ ਜਾਨ ਆ ਗਈ ਆ, ਹੁਣ ਉਹਨੇ ਟੁਰਨਾ ਸ਼ੁਰੂ ਕਰ ਦਿੱਤਾ। ਜਪਦਿਆਂ 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 ਜਦੋਂ ਜਿਸ ਨੂੰ ਜਪ ਰਿਹਾ ਉਹਦੇ 'ਚ ਅਭੇਦ ਹੋ ਜਾਂਦਾ, ਉੱਥੇ ਸਮਝ ਲੈਣਾ ਚਾਹੀਦਾ ਵੀ ਹੁਣ ਆਪਣੇ ਘਰ ਤੱਕ ਪਹੁੰਚ ਗਿਆ ਚੱਲ ਕੇ, ਜਿੱਥੇ ਪਹੁੰਚਣਾ ਸੀ, ਜਿੱਥੇ ਜਾ ਕੇ ਹੁਣ ਆਵਾਗੌਣ ਮਿਟ ਗਿਆ, ਜਨਮ ਮਰਨ ਤੋਂ ਮੁਕਤ ਹੋ ਗਿਆ। ਯਾਨੀ ਕਿ ਪ੍ਰਭੂ ਦੇ ਆਗਮਨ ਤੋਂ ਪਹਿਲਾਂ ਪ੍ਰਭੂ ਦੇ ਚਿਹਨ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ। ਹਿਰਦਾ ਆਨੰਦ ਨਾਲ ਭਰਨਾ ਸ਼ੁਰੂ ਹੋ ਜਾਏ, ਹਿਰਦੇ ਵਿੱਚ ਟਿਕਾ ਦੀ ਬਿਰਤੀ ਬਣਨ ਲੱਗ ਪਵੇ, ਸਬਰ ਸੰਤੋਖ ਦੀ ਬਿਰਤੀ ਆਉਣੀ ਸ਼ੁਰੂ ਹੋ ਜੇ, ਸ਼ੁਭ ਗੁਣ ਅੰਦਰ ਆਉਣੇ ਸ਼ੁਰੂ ਹੋ ਜਾਣ, ਇਹਦਾ ਮਤਲਬ ਹੈ ਵੀ ਹੁਣ ਪ੍ਰਭੂ ਆਉਣ ਵਾਲਾ ਹੈ, ਹੁਣ ਪਰਮੇਸ਼ਰ ਆਉਣ ਵਾਲਾ ਹੈ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ। ਜਦੋਂ ਮੈਂ ਆਪਣੇ ਪ੍ਰਭੂ ਦਾ ਆਗਮਨ ਸੁਣਿਆ ਤਾਂ ਮੇਰੇ ਮਨ ਵਿੱਚ ਚਾਉ ਦੀ ਬਿਰਤੀ ਬਣ ਗਈ, ਹਿਰਦੇ 'ਚ ਉਤਸ਼ਾਹ ਪੈਦਾ ਹੋ ਗਿਆ, ਖੇੜਾ ਪੈਦਾ ਹੋ ਗਿਆ ਕਿ ਮੇਰੇ ਪ੍ਰਭੂ ਜੀ ਆਏ ਹਨ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਏ ਮੇਰੀਓ ਸਖੀਓ, ਮੇਰੀਓ ਸਹੇਲੀਓ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਮੰਗਲ ਗਾਵੋ, ਜਿਸ ਦੀ ਦਇਆ ਮਇਆ ਨਾਲ ਮੇਰਾ ਹਿਰਦਾ ਰੂਪੀ ਘਰ ਤੇ ਆ ਸਰੀਰ ਰੂਪੀ ਮੰਦਰ ਖੇੜੇ ਦੇ ਸਹਿਤ ਹੋ ਗਿਆ, ਚਾਉ ਦੇ ਸਹਿਤ ਹੋ ਗਿਆ। ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਮੰਗਲ ਗਾਵੋ, ਯਾਨੀ ਕਿ ਉਹਦੀ ਸਿਫਤ ਨੂੰ ਗਾਇਨ ਕਰੋ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਾਏ। ਏ ਸਖੀਏ, ਜੇ ਤੂੰ ਨਿਤ ਉਸ ਹਰੀ ਦੇ ਮੰਗਲ ਗਾਵੇਂ, ਤੂੰ ਨਿਤ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਵੇਂ, ਨਿਤ ਜਪੀਐ ਸਾਸ ਗਿਰਾਸ, ਨਾਉ ਪਰਵਰਦਗਾਰ ਦਾ। ਜੇ ਤੂੰ ਨਿਤ ਉਹਨੂੰ ਜਪੇ, ਨਿਤ ਉਹਨੂੰ ਧਿਆਵੇਂ, ਨਿਤ ਉਹਦੇ ਗੁਣਾਂ ਨੂੰ ਗਾਇਨ ਕਰੇ, ਹੇ ਸਖੀਏ, ਤਾਂ ਤੈਨੂੰ ਸੰਸਾਰ ਦੇ ਸੋਗ ਤੇ ਦੁੱਖ ਨਹੀਂ ਵਿਆਪਣਗੇ। ਸੋਗ ਦੁੱਖ ਨਾ ਵਿਆਪੇ, ਨਾ ਕੋਈ ਸੋਗ ਵਿਆਪੇਗਾ ਤੇ ਨਾ ਹੀ ਕੋਈ ਦੁੱਖ ਵਿਆਪੇਗਾ। ਯਾਨੀ ਕਿ ਨਾ ਕੋਈ ਸਰੀਰ ਦੇ ਵਿੱਚ ਕਿਸੇ ਪ੍ਰਕਾਰ ਦੀ ਵਿਆਧੀ ਆਵੇਗੀ ਤੇ ਨਾ ਹੀ ਹਿਰਦੇ ਵਿੱਚ ਕਿਸੇ ਪ੍ਰਕਾਰ ਦੀ ਆਦੀ ਵਿਆਧੀ ਉਪਾਧੀ ਆਵੇਗੀ। ਸੋਗ ਤੇ ਦੁੱਖਾਂ ਦੋਨਾਂ ਤੋਂ ਰਹਿਤ ਹੋ ਜਾਵੇਗਾ। ਹੇ ਸਜਣਾ, ਜੇ ਤੂੰ ਉਸ ਹਰੀ ਦੇ ਮੰਗਲ ਗਾਵੇਂ, ਜੇ ਤੂੰ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਨੂੰ ਗਾਇਨ ਕਰੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਗੁਰੂ ਦੇ ਚਰਨਾਂ ਨਾਲ ਲੱਗ ਕੇ ਕਹਿੰਦੇ ਹੁਣ ਭਾਗਾਂ ਵਾਲੇ ਦਿਨ ਆ ਗਏ ਨੇ, ਦਿਨ ਸੁਭਾਗੇ, ਭਾਗਾਂ ਵਾਲੇ ਦਿਨ ਆ ਗਏ ਨੇ, ਸ੍ਰੇਸ਼ਟ ਦਿਨ ਆ ਗਏ ਨੇ ਜਦੋਂ ਗੁਰੂ ਦੇ ਚਰਨਾਂ ਨਾਲ ਲੱਗ ਗਏ। ਔਰ ਗੁਰੂ ਦੇ ਚਰਨਾਂ ਨਾਲ ਲੱਗ ਕੇ ਆਪਣੇ ਪਿਰ ਨੂੰ ਜਪਣ ਲੱਗੇ ਨਾ, ਆਪਣਾ ਪਿਰ ਜਾਪੇ। ਜਦੋਂ ਆਪਣੇ ਪਿਰ ਨੂੰ ਜਪਣ ਲੱਗ ਪਏ, ਆਪਣੇ ਮਾਲਕ ਦਾ ਜਾਪ ਜਪਣ ਲੱਗ ਪਏ, ਤਾਂ ਸਮਝ ਲਓ ਵੀ ਭਾਗਾਂ ਭਰੇ ਦਿਨ ਆ ਗਏ ਨੇ, ਭਾਗਾਂ ਵਾਲੇ ਦਿਨ ਆ ਗਏ ਨੇ। ਉਹ ਦਿਨ ਭਾਗਾਂ ਵਾਲਾ ਜਾਣਿਓ ਜਿਸ ਦਿਨ ਉਹਦਾ ਜਾਪ ਜਪਦੇ ਹੋ। ਜਿਸ ਦਿਨ ਉਹਦਾ ਜਾਪ ਨਾ ਜਪਿਆ ਜਾਵੇ, ਉਹਦੀ ਬਾਣੀ ਨਾ ਪੜ੍ਹੀ ਜਾਵੇ,
ਉਹਦਾ ਸਿਮਰਨ ਨਾ ਕੀਤਾ ਜਾਵੇ, ਸਮਝ ਲਓ ਸਭ ਤੋਂ ਮਨੂਸ ਦਿਨ ਆਇਆ ਜ਼ਿੰਦਗੀ 'ਚ। ਸਭ ਤੋਂ ਮਾੜਾ ਦਿਨ ਉਹੀ ਹੈ, ਮਨਹੂਸ ਦਿਨ ਉਹੀ ਹੈ। ਕਿਸੇ ਜੋਤਸ਼ੀ ਕੋਲ ਜਾ ਕੇ ਨਹੀਂ ਪੁੱਛਣ ਦੀ ਲੋੜ ਵੀ ਕਿਹੜਾ ਦਿਨ ਚੰਗਾ ਤੇ ਕਿਹੜਾ ਮਾੜਾ ਹੈ। ਜਿਹੜੇ ਦਿਨ ਬਾਣੀ ਪੜ੍ਹੀ ਜਾਵੇ, ਜਿਹੜੇ ਦਿਨ ਗੁਰੂ ਕੇ ਦਰਸ਼ਨ ਹੋ ਜਾਣ, ਜਿਹੜੇ ਦਿਨ ਸਤਿਗੁਰਾਂ ਦਾ ਸਿਮਰਨ ਭਜਨ ਹੋ ਜਾਏ, ਗੁਰੂ ਕੀ ਸੰਗਤ ਹੋ ਜਾਏ, ਸਮਝ ਲਓ ਉਹ ਦਿਨ ਭਲਾ ਹੈ, ਉਹ ਦਿਨ ਭਾਗਾਂ ਵਾਲਾ ਹੈ, ਉਹ ਸ਼ੁਭ ਦਿਨ ਹੈ। ਤੇ ਜਿਸ ਦਿਨ ਬਾਣੀ ਨਾ ਪੜ੍ਹੀ ਜਾਏ, ਜਿਸ ਦਿਨ ਸਿਮਰਨ ਨਾ ਹੋਵੇ, ਜਿਸ ਦਿਨ ਸਤਿਗੁਰਾਂ ਦੇ ਦਰਸ਼ਨ ਨਾ ਹੋਵਣ, ਸਮਝ ਲਓ ਸਭ ਤੋਂ ਮਾੜਾ ਦਿਨ ਉਹੀ ਹੈ। ਇਹ ਜੋਤਿਸ਼ ਸਮਝ ਲਿਆ ਕਰੋ ਵੀ ਇਹ ਜੋਤਿਸ਼ ਹੈ। ਕਿਸੇ ਵੱਖਰੇ ਜੋਤਸ਼ੀ ਕੋਲ ਜਾਣ ਦੀ ਲੋੜ ਹੀ ਨਹੀਂ ਪੁੱਛਣ ਦੀ। ਮਹਾਰਾਜ ਜੀ ਕਹਿੰਦੇ ਭਾਗਾਂ ਵਾਲੇ ਦਿਨ ਆ ਗਏ, ਅਸੀਂ ਆਪਣੇ ਗੁਰੂ ਦੇ ਚਰਨੀ ਲੱਗ ਗਏ ਔਰ ਆਪਣੇ ਪਿਰ ਦੇ ਜਾਪ ਨੂੰ ਜਪਣ ਲੱਗ ਪਏ। ਅਕਾਲ ਪੁਰਖ ਦੇ ਜਾਪ ਨੂੰ ਜਪਣਾ ਸ਼ੁਰੂ ਕਰ ਦਿੱਤਾ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਸਤਿਗੁਰੂ ਜੀ ਦੇ ਸ਼ਬਦ ਦੁਆਰਾ, ਉਪਦੇਸ਼ ਦੁਆਰਾ ਸਾਡੇ ਅੰਦਰ ਅਨਹਦ ਇੱਕ ਰਸ ਸਤਿਗੁਰਾਂ ਦੀ ਬਾਣੀ ਦਾ ਨਾਦ ਗੂੰਜਣ ਲੱਗ ਪਿਆ। ਇੱਕ ਰਸ ਅਨਹਦ ਕਹਾਂਗੇ ਜਿਹੜਾ ਸदैव ਹੀ ਇੱਕ ਰਸ ਚੱਲ ਪਵੇ। ਇੱਕ ਰਸ ਬਾਣੀ ਹਿਰਦੇ ਵਿੱਚ ਵੱਜ ਟੁਰੀ ਹੈ। ਹੁਣ ਹਰੀ ਦੇ ਨਾਮ ਦੇ ਰਸ ਨੂੰ ਅਸੀਂ ਹਰ ਵੇਲੇ ਭੋਗਦੇ ਹਾਂ, ਭਾਵ ਹਰ ਵੇਲੇ ਆਪਣੇ ਅੰਦਰ ਮਾਣਦੇ ਹਾਂ। ਹਰੀ ਦੇ ਨਾਮ ਰਸ ਨੂੰ ਆਪਣੇ ਹਿਰਦੇ ਵਿੱਚ ਸदैवी ਤੌਰ ਤੇ ਮਾਣ ਰਹੇ ਹਾਂ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਐ ਕਿ ਪ੍ਰਭੂ ਜੀ ਸਾਨੂੰ ਆਪ ਆਣ ਮਿਲੇ ਹਨ। ਉਹ ਪ੍ਰਭੂ ਸਾਨੂੰ ਆਣ ਮਿਲਿਆ ਜਿਹੜਾ ਸਾਰੇ ਜਗਤ ਦਾ ਕਾਰਨ ਹੈ, ਜਿਹੜਾ ਬ੍ਰਹਮਾ ਸੰਸਾਰ ਨੂੰ ਕਰਨੇ ਵਾਲਾ ਕਿਹਾ ਜਾਂਦਾ, ਵੀ ਇਸ ਸੰਸਾਰ ਨੂੰ ਬਣਾਉਂਦਾ ਬ੍ਰਹਮਾ। ਉਹ ਜਿਹੜਾ ਸਾਰੇ ਸੰਸਾਰ ਦਾ ਕਾਰਨ ਕਿਹਾ ਜਾਣ ਵਾਲਾ ਬ੍ਰਹਮਾ ਹੈ, ਉਹਦਾ ਵੀ ਉਹ ਕਾਰਨ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਵੀ ਉਸੇ ਨੇ ਕੀਤਾ। ਬ੍ਰਹਮਾ ਜੀ ਨੂੰ ਵੀ ਕਰਨੇ ਵਾਲਾ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਹਿੰਦੇ ਬ੍ਰਹਮਾ ਜੀ ਦੇ ਮਨ 'ਚ ਅਹੰਗ ਭਾਵ ਆ ਗਿਆ, ਬਸ ਮੈਂ ਹੀ ਮੈਂ। ਆਵਾਜ਼ ਆਈ, ਤੂੰ ਤਾਂ ਇਸ ਕਮਲ ਦੇ ਫੁੱਲ 'ਚੋਂ ਬਣਿਆ। ਲੱਤ ਮਾਰੀ ਤੇ ਕਮਲ ਦੇ ਫੁੱਲ ਦੀ ਨਾਲ ਦੇ ਵਿੱਚ ਧੱਸ ਗਏ। ਜਿਉਂ ਭਟਕਦੇ 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 ਉਸ ਨਾਲ ਵਿੱਚ ਜੁਗਾਂ ਦਾ ਸਮਾਂ ਬੀਤ ਗਿਆ। ਅਖੀਰ ਨੂੰ ਹੱਥ ਜੋੜੇ, ਹੇ ਪ੍ਰਭੂ ਸੋਝੀ ਬਖਸ਼ੋ। ਤਾਂ ਆਵਾਜ਼ ਆਈ, ਤਪ ਕਰ ਤਪ ਕਰ ਤਪ ਕਰ, ਨਾਮ ਜਪ ਨਾਮ ਜਪ। ਤਾਂ ਕਹਿੰਦੇ ਜਦੋਂ ਨਾਮ ਦੀ ਸਾਧਨਾ ਕੀਤੀ, ਨਾਮ ਦੀ ਕਮਾਈ ਕੀਤੀ ਪਰਮੇਸ਼ਰ ਦੇ, ਤਾਂ ਉਸ ਵਕਤ ਸ੍ਰਿਸ਼ਟੀ ਦੀ ਰਚਨਾ ਕਰਨ ਦੀ ਸ਼ਕਤੀ ਬ੍ਰਹਮਾ ਜੀ ਵਿੱਚ ਪੈਦਾ ਹੋਈ। ਨਾਮ ਦਾ ਐਡਾ ਵੱਡਾ ਪ੍ਰਤਾਪ ਹੈ ਕਿ ਜਿਸ ਨਾਮ ਦੀ ਸਾਧਨਾ ਕਰਕੇ ਬ੍ਰਹਮਾ ਜੀ ਨੂੰ ਸ੍ਰਿਸ਼ਟੀ ਰਚਣ ਦੀ ਸ਼ਕਤੀ ਤੇ ਤਾਕਤ ਪ੍ਰਾਪਤ ਹੋਈ। ਤੋ ਬ੍ਰਹਮਾ ਜੀ ਨੂੰ ਵੀ ਕਰਨੇ ਵਾਲਾ ਜਿਹੜਾ ਕਰਨ ਕਾਰਨ ਯੋਗ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਹੈ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਆਪਣੇ ਸਰੀਰ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਹੇ ਮੇਰਿਆ ਸਰੀਰਾ, ਇਸ ਜਗਤ ਵਿੱਚ ਆ ਕੇ ਤੂੰ ਕੀ ਕਰਮ ਕਮਾਇਆ। ਕਦੇ ਸੋਚ ਵੀ ਤੈਨੂੰ ਪਰਮੇਸ਼ਰ ਨੇ ਮਨੁੱਖੀ ਜਾਮਾ ਦਿੱਤਾ ਏ, ਮਾਨਵੀ ਸਰੀਰ ਦਿੱਤਾ, ਕੰਮ ਤੂੰ ਪਸ਼ੂਆਂ ਵਾਲੇ ਕਰਦਾ। ਕਰਤੂਤਾਂ ਤੇਰੀਆਂ ਜਾਨਵਰਾਂ ਤੋਂ ਵੀ ਭੈੜੀਆਂ ਨੇ, ਪਸ਼ੂਆਂ ਤੋਂ ਵੀ ਮਾੜੀਆਂ ਨੇ। ਦੱਸ ਓਏ ਸੱਜਣਾ, ਤੂੰ ਕੀ ਕਮਾਇਆ ਸਰੀਰ 'ਚ? ਇਸ ਸਰੀਰ ਵਿੱਚ ਆ ਕੇ ਤੂੰ ਕਿਹੜੇ ਕਰਮ ਕਮਾ ਰਿਹਾ? ਇਹਨੂੰ ਸਵੈ ਚਿੰਤਨ ਕਹਿੰਦੇ ਆ, ਜਾਂ ਕਹਿੰਦੇ ਆ ਸਵੈ ਅਧਿਆਏ। ਆਪਣੇ ਆਪ ਦਾ ਅਧਿਆਸ ਕਰਨਾ ਕਿ ਮੇਰੇ ਅੰਦਰ, ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਕਿ ਮੈਂ ਕਿਹੜੇ ਕਰਮ ਕੀਤੇ ਨੇ। ਸਾਡੀ ਨਿਗਾਹ ਦੂਜਿਆਂ ਦੇ ਉੱਤੇ ਟਿਕੀ ਹੁੰਦੀ, ਦੂਜਾ ਕੀ ਕਰ ਰਿਹਾ, ਫਲਾਣਾ ਕੀ ਕਰ ਰਿਹਾ, ਗੁਆਂਢੀ ਕੀ ਕਰਦੇ ਨੇ, ਸੱਜਣ ਕੀ ਕਰਦੇ ਨੇ, ਮਿੱਤਰ ਕੀ ਕਰਦੇ ਨੇ।
ਆਪ ਕੀ ਕਰ ਰਹੇ ਆ ਸਾਡਾ ਉਸ ਪਾਸੇ ਧਿਆਨ ਨਹੀਂ। ਗੁਰੂ ਅਮਰਦਾਸ ਸਾਹਿਬ ਸਾਡੀ ਸੁਰਤ ਉੱਥੇ ਲਿਜਾ ਰਹੇ ਨੇ। ਇਹ ਮੇਰੇ ਸਰੀਰ ਇਸ ਜਗਤ ਵਿੱਚ ਆ ਕੇ ਤੂੰ ਕੀ ਕਰਮ ਕਮਾਏ ਹਨ? ਕਿਆ ਤੁਧ ਕਰਮ ਕਮਾਇਆ? ਤੂੰ ਦੱਸੇ ਸਰੀਰ ਵਿੱਚ ਆ ਕਿਹੜੇ ਕਿਹੜੇ ਕਰਮ ਕਮਾਏ ਹਨ? ਕੀ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਇਹ ਸਰੀਰਾ, ਜੇ ਤੂੰ ਇਸ ਜਗਤ ਵਿੱਚ ਆਇਆ, ਪਰਮੇਸ਼ਰ ਨੇ ਤੈਨੂੰ ਇਹ ਸਰੀਰ ਦੀ ਦਾਤ ਦਿੱਤੀ ਹੈ, ਤੇ ਇਹਦੇ ਵਿੱਚ ਆ ਕੇ ਤੂੰ ਕੀ ਕਰਮ ਕਮਾਏ ਹਨ? ਦੱਸ, ਕਿੰਨਿਆਂ ਦਾ ਭਲਾ ਕੀਤਾ, ਕਿੰਨਿਆਂ ਤੇ ਪਰਉਪਕਾਰ ਕੀਤਾ, ਇਸ ਸਰੀਰ ਵਿੱਚ ਆ ਕੇ ਕਿੰਨਾ ਕੁ ਭਜਨ ਕੀਤਾ, ਪਰਮੇਸ਼ਰ ਦੀ ਕਿੰਨੀ ਕੁ ਬੰਦਗੀ ਕੀਤੀ ਹੈ, ਕਿੰਨੇ ਕੁ ਪਰਉਪਕਾਰੀ ਬਿਰਤੀ ਦੇ ਵਿੱਚ ਵਿਚਰਿਆ। ਦੱਸ, ਆਪਣੇ ਆਪ ਦੇ ਅੰਦਰ ਚਿੰਤਨ ਕਰਕੇ ਵੇਖ। ਜੇ ਨਾ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਇਹ ਸਰੀਰਾ, ਤੂੰ ਤਾਂ ਇਹੋ ਜਿਹਾ ਨਕੰਮਾ ਹੋ ਰਿਹਾ, ਜਿਹਨੇ ਤੇਰੀ ਰਚਨਾ ਰਚੀ ਆ, ਤੂੰ ਉਹਨੂੰ ਆਪਣੇ ਅੰਦਰ ਨਹੀਂ ਵਸਾਇਆ। ਜਿਨ ਹਰ ਤੇਰਾ ਰਚਨ ਰਚਿਆ, ਜਿਸ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਰਚਨਾ ਰਚੀ ਹੈ, ਬਿੰਦ ਤੇ ਜਿਨ ਪਿੰਡ ਕੀਆ, ਜਿਸ ਦਾਤੇ ਨੇ ਵਿਧਾਤੇ ਨੇ ਤੇਰੇ ਇਸ ਸਰੀਰ ਦੀ ਰਚਨਾ ਕੀਤੀ ਹੈ, ਤੂੰ ਉਹਨੂੰ ਆਪਣੇ ਮਨ ਵਿੱਚ ਨਹੀਂ ਵਸਾਇਆ। ਸੋ ਹਰ ਮਨ ਨਾ ਵਸਾਇਆ। ਉਸ ਹਰੀ ਨਿਰੰਕਾਰ ਨੂੰ, ਵਾਹਿਗੁਰੂ ਨੂੰ ਤੈਂ ਆਪਣੇ ਮਨ ਵਿੱਚ ਕਿਉਂ ਨਹੀਂ ਵਸਾਇਆ? ਜਿਸ ਨੇ ਤੇਰੀ ਰਚਨਾ ਰਚੀ, ਤੂੰ ਅਕਿਰਤ ਘਣ ਹੋ ਰਿਹਾ, ਤੂੰ ਉਸ ਦੀ ਕੀਤੀ ਨੂੰ ਭੁਲਾ ਰਿਹਾ। ਜਿਸ ਨੇ ਤੇਰਾ ਇਹ ਸਰੀਰ ਕੀਤਾ, ਤੇਰੇ ਇਸ ਤਨ ਦੀ ਰਚਨਾ ਰਚੀ ਹੈ, ਹੇ ਮੇਰਿਆ ਮਨਾ, ਤੂੰ ਉਹਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਸੀ, ਕਰਮ ਚੰਗੇ ਸੀ, ਉਹਨਾਂ ਨੂੰ ਪ੍ਰਾਪਤ ਹੋਇਆ ਗੁਰੂ, ਤੇ ਗੁਰੂ ਨੇ ਉਹਨਾਂ ਤੇ ਪ੍ਰਸਾਦ ਕਿਰਪਾ ਕੀਤੀ, ਤੇ ਗੁਰੂ ਦੀ ਕਿਰਪਾ ਨਾਲ ਹਰੀ ਤਿਨਾਂ ਦੇ ਮਨ ਵਿੱਚ ਵਸਣ ਲੱਗ ਪਿਆ। ਹਰੀ ਉਹਨਾਂ ਦੇ ਮਨ ਵਿੱਚ ਵਸਦਾ ਜਿਨ੍ਹਾਂ ਤੇ ਗੁਰੂ ਦਾ ਪ੍ਰਸਾਦ ਵਰਤੇ, ਗੁਰੂ ਦੀ ਕਿਰਪਾ ਵਰਤੇ। ਗੁਰ ਪ੍ਰਸਾਦੀ ਹਰ ਮਨ ਵਸਿਆ। ਗੁਰੂ ਦੀ ਕਿਰਪਾ ਨਾਲ ਹਰੀ ਮਨ ਵਿੱਚ ਵਸਦਾ, ਤੇ ਗੁਰੂ ਕਿਹਨਾਂ ਨੂੰ ਮਿਲਦਾ? ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਸੀ, ਕਰਮ ਚੰਗੇ ਸੀ, ਪੂਰਬ ਲਿਖਿਆ ਪਾਇਆ, ਗੁਰੂ ਉਹਨਾਂ ਨੂੰ ਮਿਲਿਆ। ਹਾਂਜੀ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚੇਤੋ ਲਾਇਆ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਐ ਕਿ ਇਹ ਸਰੀਰ ਸਫਲ ਹੁੰਦਾ ਉਹਨਾਂ ਦਾ, ਇਹ ਕਾਇਆ ਉਹਨਾਂ ਦੀ ਪ੍ਰਵਾਨ ਤੇ ਸਫਲ ਹੈ, ਜਿਨ੍ਹਾਂ ਨੇ ਆਪਣੇ ਸਤਿਗੁਰਾਂ ਦੇ ਨਾਲ ਆਪਣਾ ਚਿੱਤ ਲਾਇਆ ਹੋਇਆ। ਉਹਨਾਂ ਦਾ ਇਹ ਸਰੀਰ ਸਫਲ ਹੈ, ਉਹਨਾਂ ਦੀ ਇਹ ਕਾਇਆ ਸਫਲ ਹੈ। ਤੇ ਜਿਹੜੇ ਪਰਮੇਸ਼ਰ ਦੇ ਭਜਨ ਤੋਂ ਵਿਹੋੜੇ ਨੇ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਇਹ ਸਰੀਰ ਵੀ ਨਿਸ਼ਫਲ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਜੋ ਜੋ ਵੀ ਉਹ ਕਰ ਰਹੇ ਨੇ ਸਭ ਕੁਝ ਨਿਸ਼ਫਲ ਹੈ, ਜੋ ਆਪਣੇ ਮਾਲਕ ਦੇ ਚਰਨਾਂ ਨਾਲ ਜੁੜੇ ਨਹੀਂ ਹੋਏ। ਤੇ ਜਿਹੜੇ ਸਤਿਗੁਰਾਂ ਦੇ ਚਰਨਾਂ ਨਾਲ ਆਪਣਾ ਚਿੱਤ ਲਾਈ ਬੈਠੇ ਹਨ, ਉਹਨਾਂ ਦਾ ਇਹ ਸਰੀਰ ਵੀ ਸਫਲ ਹੋ ਗਿਆ। ਸਫਲ 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 ਭਈ ਯਾਤਰਾ, ਆਵਣ ਜਾਣ ਰਹੇ। ਉਹਨਾਂ ਦੀ ਜ਼ਿੰਦਗੀ ਦੀ ਯਾਤਰਾ ਪਰਮੇਸ਼ਰ ਨੇ ਸਫਲੀ ਕਰ ਦਿੱਤੀ। ਉਹ ਆਵਾਗੌਣ ਤੇ ਚੱਕਰਾਂ ਤੋਂ, ਜਨਮ ਮਰਨ ਤੋਂ ਰਹਿਤ ਹੋ ਗਏ। ਏ ਨੇਤਰੋ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨ ਦੇਖੋ ਕੋਈ। ਹੁਣ ਆਪਣੀਆਂ ਅੱਖਾਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਹੇ ਮੇਰੇ ਨੇਤਰੋ, ਤੁਹਾਡੇ ਵਿੱਚ ਪਰਮੇਸ਼ਰ ਨੇ ਆਪਣੀ ਜੋਤ ਰੱਖੀ ਹੈ, ਤੁਸੀਂ ਤਾਂ ਵੇਖਦੇ ਹੋ। ਇਹ ਨੇਤਰਾਂ ਵਿੱਚ ਵੇਖਣ ਦੀ ਸ਼ਕਤੀ ਪ੍ਰਮਾਤਮਾ ਦੀ ਚੇਤਨਾ ਕਰਕੇ ਹੈ ਨਾ, ਨਹੀਂ ਤਾਂ ਇਹ ਅੱਖਾਂ ਦਾ ਮੁਰਦੇ ਨੂੰ ਵੀ ਲੱਗੀਆਂ ਹੁੰਦੀਆਂ, ਉਹ ਕਿਉਂ ਨਹੀਂ ਵੇਖ ਸਕਦਾ? ਅੱਖਾਂ ਤਾਂ ਮੁਰਦੇ ਨੂੰ ਵੀ ਹੁੰਦੀਆਂ ਲੱਗੀਆਂ,
ਪਰ ਉਹਦੇ 'ਚ ਚੇਤਨਾ ਨਹੀਂ ਰਹੀ। ਇਹਨਾਂ ਨੇਤਰਾਂ ਵਿੱਚ ਪਰਮੇਸ਼ਰ ਦੀ ਚੇਤਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਅੰਦਰ ਵੇਖਦਾ, ਪਰਮੇਸ਼ਰ ਇਹਨਾਂ ਅੱਖਾਂ ਦੇ ਵਿੱਚੋਂ ਵੇਖ ਰਿਹਾ ਹੈ, ਯਾਨੀ ਕਿ ਉਸੇ ਦੀ ਚੇਤਨਾ ਜਿਹੜੀ ਵੇਖ ਰਹੀ ਹੈ। ਜਿਸ ਦੀ ਚੇਤਨਾ ਕਰਕੇ ਹੈ ਮੇਰੇ ਨੇਤਰੋ ਤੁਸੀਂ ਵੇਖ ਰਹੇ ਹੋ। ਤੁਹਾਡੇ ਵਿੱਚ ਪ੍ਰਮਾਤਮਾ ਨੇ ਆਪਣੀ ਜੋਤ ਧਰੀ ਹੈ, ਤਾਂ ਜਿਸ ਜੋਤ ਦੇ ਨਾਲ ਤੁਸੀਂ ਵੇਖ ਰਹੇ ਹੋ ਉਸ ਜੋਤ ਨਾਲ ਆਪਣਾ ਚਿੱਤ ਜੋੜੋ, ਉਹਦੇ ਨਾਲ ਆਪਣੀ ਸੁਰਤ ਜੋੜੋ। ਹਰ ਬਿਨ ਅਵਰ ਨਾ ਦੇਖੋ ਕੋਈ, ਉਸ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਨਾ ਵੇਖੋ। ਸਭ ਵਿੱਚ ਉਸੇ ਦੀ ਜੋਤ ਨੂੰ ਵੇਖਣਾ ਕਰੋ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਮੇਰੇ ਸਤਿਗੁਰਾਂ ਦੀ ਉਹ ਵਿਸ਼ਾਲ ਦ੍ਰਿਸ਼ਟੀ ਹੈ ਜੋ ਅਨੇਕਤਾ ਵਿੱਚ ਵੀ ਇੱਕ ਨੂੰ ਵੇਖਦੀ ਹੈ। ਸਾਨੂੰ ਵੱਖਰੇਵੇਂ, ਵਿਭਿੰਨਤਾ, ਵੱਖਰਾ ਵੱਖਰਾ ਸਭ ਕੁਝ ਨਜ਼ਰ ਆਵੇਗਾ। ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ, ਇਹ ਮੁਸਲਮਾਨ ਹੈ, ਹਿੰਦੂ ਹੈ, ਇਹ ਸਿੱਖ ਹੈ, ਈਸਾਈ ਹੈ, ਇਹ ਜੈਨੀ ਹੈ, ਇਹ ਬੋਧੀ ਹੈ। ਜਿਨ੍ਹਾਂ ਕੋਲ ਬ੍ਰਹਮ ਦ੍ਰਿਸ਼ਟੀ ਹੈ ਉਹ ਇਹਨਾਂ ਸਾਰੇ ਅਨੇਕਾਂ ਵਿੱਚ ਵੀ ਇੱਕ ਨੂੰ ਵੇਖਦੇ ਹੈ। ਅਸਲੀ ਖੇਡ ਇਹੀ ਹੈ, ਅਨੇਕਤਾ ਵਿੱਚ ਇੱਕ ਦੀ। ਜਿਵੇਂ ਕਿਸੇ ਮਣਕਿਆਂ ਵਿੱਚ ਧਾਗਾ ਇੱਕੋ ਪਰੋਇਆ ਹੁੰਦਾ ਨਾ, ਏਦਾਂ ਸੰਸਾਰ ਦੇ ਸਮਸਤ ਜੀਵਾਂ ਜਨਤਾਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਰੂਪੀ ਧਾਗਾ ਪਰੋਇਆ ਹੋਇਆ, ਉਹੀ ਸਭ ਵਿੱਚ ਵਰਤ ਰਿਹਾ। ਤੇ ਆਪਣੇ ਨੇਤਰਾਂ ਨੂੰ ਸੰਬੋਧਨ ਕਰਦਿਆਂ ਕਹਿੰਦੇ ਨੇ, ਮੇਰੇ ਨੇਤਰੋ ਤੁਹਾਡੇ 'ਚ ਹਰੀ ਦੀ ਜੋਤ ਧਰੀ ਹੋਈ ਹੈ, ਉਸ ਹਰੀ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਵੇਖੋ। ਹਰ ਬਿਨ ਅਵਰ ਨਾ ਦੇਖੋ ਕੋਈ, ਹਰੀ ਬਿਨਾਂ ਕਿਸੇ ਹੋਰ ਨੂੰ ਮਤ ਵੇਖੋ, ਉਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਹਰ ਬਿਨ ਅਵਰ ਨ ਦੇਖੋ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਹਰੀ ਬਿਨਾਂ ਅਵਰ ਹੋਰ ਨਾ ਵੇਖੋ ਕਿਸੇ ਦੂਜੇ ਨੂੰ, ਕਿਉਂਕਿ ਦੂਜਾ ਤਾਂ ਹੈ ਹੀ ਨਹੀਂ ਕੋਈ। ਕਹਿੰਦੇ ਜਦੋਂ ਉਸ ਹਰੀ ਨੂੰ ਵੇਖੋਗੇ ਨਾ ਤੇ ਵੇਖ ਕੇ ਫਿਰ ਨਿਹਾਲ ਹੋ ਜਾਓਗੇ, ਸੰਤੁਸ਼ਟ ਹੋ ਜਾਓਗੇ। ਜਦੋਂ ਉਸ ਹਰੀ ਨੂੰ ਵੇਖੋਗੇ ਤਾਂ ਵੇਖਦਿਆਂ ਨਿਹਾਲ ਹੋ ਜਾਵੋਗੇ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹੋ ਵਿਸ, ਵਿਸ ਕਹਿੰਦੇ ਨੇ ਵਿਆਪਕ ਨੂੰ। ਆ ਜਿਹੜਾ ਵਿਆਪਕ ਸੰਸਾਰ ਹੈ, ਜਿੰਨਾ ਵਿਸ਼ਵ ਰੂਪੀ ਸੰਸਾਰ ਹੈ, ਜੋ ਤੁਸੀਂ ਵੇਖ ਰਹੇ ਹੋ, ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਸਭ ਹਰੀ ਦਾ ਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਹ ਹਰੀ ਦਾ ਹੀ ਰੂਪ ਹੈ। ਹਰ ਰੂਪ ਨਦਰੀ ਆਇਆ, ਹਰ ਰੂਪ ਵਿੱਚ ਮੈਨੂੰ ਉਹੀ ਨਜ਼ਰ ਆ ਰਿਹਾ। ਰਾਜਿਆਂ 'ਚ ਰਾਜਾ ਬਣਿਆ ਦਿਸਦਾ, ਭਿਖਾਰੀਆਂ 'ਚ ਭਿਖਾਰੀ ਬਣਿਆ ਦਿਸਦਾ, ਦਾਤਿਆਂ ਵਿੱਚ ਦਾਤਾ ਬਣਾ ਦਿਸਦਾ, ਰਾਜਿਆਂ 'ਚ ਰਾਜਾ ਬਣਿਆ ਦਿਸਦਾ, ਜੋਗੀਆਂ 'ਚ ਜੋਗੀ ਬਣਿਆ ਦਿਸਦਾ। ਉਹੀ ਹੈ, ਹਰ ਰੂਪ ਵਿੱਚ ਮੈਨੂੰ ਉਹੀ ਨਜ਼ਰ ਆ ਰਿਹਾ ਹੈ, ਕਿਉਂਕਿ ਇਹ ਜਿਤਨਾ ਵਿਆਪਕ ਸੰਸਾਰ ਹੈ ਉਸੇ ਦਾ ਰੂਪ ਹੈ। ਵਿਸ ਦਾ ਅਰਥ ਵਿਸ਼ਵ ਵਿਆਪਕ ਵੀ ਹੈ ਤੇ ਵਿਸ ਦਾ ਦੂਸਰਾ ਅਰਥ ਹੈ ਜ਼ਹਿਰ। ਇਹ ਸੰਸਾਰ ਜਿਹੜਾ ਤੈਨੂੰ ਜ਼ਹਿਰ ਰੂਪ ਹੋ ਕੇ ਦਿਸਦਾ ਨਾ, ਵੀ ਦੁੱਖਾਂ ਨਾਲ ਭਰਿਆ, ਇਦਾਂ ਹੀ ਦਿਸਦਾ ਨਾ ਵੀ ਸਭ ਦੁਖੀ ਨੇ, ਸਾਰਾ ਸੰਸਾਰ ਦੁੱਖਾਂ ਨਾਲ ਭਰਿਆ, ਵਿਸ ਰੂਪੀ ਜ਼ਹਿਰ ਰੂਪੀ ਦੁੱਖਾਂ ਨਾਲ ਭਰਿਆ ਹੋਇਆ। ਕਹਿੰਦੇ ਦਰਅਸਲ ਇਹ ਹਰੀ ਦਾ ਹੀ ਰੂਪ ਹੈ। ਸਭ ਤੈਨੂੰ ਨਜ਼ਰ ਆ ਰਿਹਾ ਹੈ ਵੀ ਇਹ ਜ਼ਹਿਰ ਰੂਪ ਹੈ, ਦੁੱਖ ਰੂਪ ਹੈ,
ਪਰ ਅਸਲ ਵਿੱਚ ਅਸਲੀਅਤ ਇਹ ਹੈ ਵੀ ਤੂੰ ਸੱਪ ਵੇਖਦਾ ਰੱਸੀ ਵਿੱਚ ਤਾਂ ਤੈਨੂੰ ਦੁੱਖ ਰੂਪ ਦਿਸਦਾ। ਜਦੋਂ ਰੱਸੀ ਦਿਸ ਗਈ ਤੇ ਆਪਣੇ ਆਪ ਹੀ ਫਿਰ ਦੁੱਖ ਚਲਾ ਜਾਏਗਾ। ਇਉਂ ਹੀ ਕਹਿੰਦੇ ਜਦੋਂ ਬ੍ਰਹਮ ਦੇ ਵਿੱਚ ਇਸ ਸੰਸਾਰ ਦੀ ਕਲਪਨਾ ਕਰੇਗਾ, ਇਹ ਸੰਸਾਰ ਨੂੰ ਵੇਖੇਗਾ, ਫਿਰ ਦੁਖੀ ਹੋਵੇਗਾ। ਜਦੋਂ ਵੇਖੇਗਾ ਵੀ ਕੱਲਾ ਬ੍ਰਹਮ ਹੀ ਹੈ, ਸੰਸਾਰ ਤਾਂ ਮੇਰੇ ਮਨ ਦਾ ਭਰਮ ਸੀ, ਕਹਿੰਦੇ ਉਸੇ ਦਿਨ ਹਰੀ ਦੇ ਰੂਪ ਨੂੰ ਹੀ ਵੇਖੇਗਾ ਤੇ ਹਰ ਰੂਪ ਵਿੱਚ ਉਸ ਪਰਮੇਸ਼ਰ ਦੀ ਜੋਤ ਨੂੰ ਤੱਕੇਗਾ। ਇਹ ਜਿਹੜਾ ਜ਼ਹਿਰ ਰੂਪੀ ਦੁੱਖ ਰੂਪੀ ਸੰਸਾਰ ਤੂੰ ਵੇਖਦਾ ਹੈ, ਹਰੀ ਦਾ ਹੀ ਰੂਪ ਹੈ ਭਾਈ। ਹਰ ਰੂਪ ਵਿੱਚ ਉਹ ਅਕਾਲ ਪੁਰਖ ਪਰਮੇਸ਼ਰ ਹੀ ਨਜ਼ਰ ਆਵੇਗਾ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ। ਜਦੋਂ ਗੁਰੂ ਦੀ ਕਿਰਪਾ ਹੋਵੇਗੀ, ਗੁਰੂ ਦਾ ਪ੍ਰਸਾਦ ਵਰਤੇਗਾ, ਫਿਰ ਇਸ ਗੱਲ ਨੂੰ ਬੁੱਝੇਗਾ, ਜਾਣੇਗਾ। ਤੇ ਫਿਰ ਜਦੋਂ ਵੇਖੇਗਾ ਕਿ ਹਰੀ ਇੱਕੋ ਹੀ ਹੈ ਔਰ ਉਸ ਇੱਕ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ। ਹਰ ਬਿਨ ਅਵਰ ਨ ਕੋਈ, 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 ਹਰ ਬਿਨ ਅਵਰ ਨ ਕੋਈ। ਹਰੀ ਬਿਨਾ ਕੋਈ ਦੂਜਾ ਨਹੀਂ। ਉਹੀ ਹਰੀ ਹੈ ਸਭ ਵਿੱਚ, ਪਰ ਉਦੋਂ ਪਤਾ ਲੱਗੇਗਾ, ਉਦੋਂ ਬੁੱਝਾਂਗੇ ਜਦੋਂ ਗੁਰੂ ਦੀ ਕਿਰਪਾ ਹੋਵੇਗੀ। ਗੁਰੂ ਕਿਰਪਾ ਬਿਨਾ ਕੁਝ ਵੀ ਸੰਭਵ ਨਹੀਂ ਹੈ, ਇਹ ਜਾਣ ਲੈਣਾ ਚਾਹੀਏ। ਇਹ ਪੰਕਤੀ ਰੋਜ਼ ਸਾਡੀ ਸਿਮਰਤੀ ਵਿੱਚ ਆਉਣੀ ਚਾਹੀਦੀ ਹੈ ਵੀ ਗੁਰੂ ਕਿਰਪਾ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈ। ਤੇ ਨਾਲ ਇਹ ਵੀ ਬਚਨ ਚੇਤੇ 'ਚ ਰਹਿਣਾ ਚਾਹੀਦਾ ਕਿ ਜੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਕੁਝ ਵੀ ਅਸੰਭਵ ਨਹੀਂ ਹੈ। ਜੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਕੁਝ ਵੀ ਅਸੰਭਵ ਨਹੀਂ ਹੈ, ਤੇ ਜੇ ਗੁਰੂ ਦੀ ਕਿਰਪਾ ਨਾ ਹੋਵੇ ਤੇ ਫਿਰ ਕੁਝ ਵੀ ਸੰਭਵ ਨਹੀਂ ਹੈ। ਗੁਰੂ ਦਇਆ ਹੋਵੇ ਤਾਂ ਪਿੰਗਲੇ ਪਰਬਤਾਂ ਤੇ ਚੜ੍ਹ ਸਕਦੇ ਐ। ਗੁਰੂ ਦਇਆ ਹੋਵੇ ਤਾਂ ਗੂੰਗੇ ਬੋਲ ਸਕਦੇ ਐ। ਜੇ ਗੁਰੂ ਦੀ ਦਇਆ ਨਾ ਹੋਵੇ ਤੇ ਚੰਗੇ ਭਲੇ ਬੋਲਣ ਵਾਲੇ ਵੀ ਗੂੰਗੇ ਹੋ ਜਾਂਦੇ ਐ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ ਉਹ ਇਸ ਗੱਲ ਨੂੰ ਬੁੱਝ ਲੈਂਦੇ ਹਨ, ਜਾਣ ਲੈਂਦੇ ਹਨ ਕਿ ਹਰੀ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹਾਂਜੀ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਹੇ ਮੇਰੇ ਨੇਤਰੋ, ਤੁਸੀਂ ਅੰਨੇ ਹੋਏ ਫਿਰਦੇ ਸੀ, ਨਜ਼ਰ ਹੀ ਨਹੀਂ ਸੀ ਆਉਂਦਾ ਕੁਝ, ਅੰਧ ਸੇ। ਜਿਵੇਂ ਅੰਨੇ ਬੰਦੇ ਨਹੀਂ ਹੁੰਦੇ, ਕਹਿੰਦੇ ਉਹਨਾਂ ਵਾਂਗੂ ਅੰਨੇ ਹੀ ਸੀ ਤੁਸੀਂ। ਪਰ ਜਦੋਂ ਸਤਿਗੁਰੂ ਜੀ ਮਿਲੇ ਤੇ ਜਿਹੜੇ ਨੇਤਰ ਪਹਿਲਾਂ ਅੰਨੇ ਸੀ ਨਾ, ਸਤਿਗੁਰਾਂ ਨੂੰ ਮਿਲਦਿਆਂ ਹੀ ਦਿਵ ਦ੍ਰਿਸ਼ਟੀ ਹੋ ਗਈ। ਇਹ ਦਿਵ ਦ੍ਰਿਸ਼ਟੀ ਕੀ ਹੁੰਦੀ ਹੈ? ਦਿਵ, ਜਿਹਨੂੰ ਆਪਾਂ ਦਿਵਿਆ ਦ੍ਰਿਸ਼ਟੀ ਕਹਿ ਦਿੰਦੇ ਹਾਂ, ਦਿਵਿਆ, ਜਿਨ੍ਹਾਂ 'ਚ ਪ੍ਰਕਾਸ਼ ਪੈ, ਦਿਵਿਆ ਨਾਮ ਹੁੰਦਾ ਪ੍ਰਕਾਸ਼ ਦਾ। ਜਿਸ ਦ੍ਰਿਸ਼ਟੀ 'ਚ ਗਿਆਨ ਦਾ ਪ੍ਰਕਾਸ਼ ਹੋ ਜਾਵੇ ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ, ਦਿਵਿਆ ਦ੍ਰਿਸ਼ਟੀ। ਐਸੀ ਦਿਵਿਆ ਦ੍ਰਿਸ਼ਟੀ ਜਿਹੜੀ ਤਿੰਨਾਂ ਕਾਲਾਂ 'ਚ ਗਮਤਾ ਕਰ ਸਕਦੀ। ਤਿੰਨਾਂ ਕਾਲਾਂ 'ਚ ਪਿੱਛੇ ਕੀ ਹੋਇਆ ਸੀ ਉਹਨੂੰ ਵੀ ਵੇਖ ਲੈਂਦੀ ਹੈ, ਹੁਣ ਕੀ ਹੋ ਰਿਹਾ ਉਹਨੂੰ ਵੀ ਵੇਖ ਸਕਦੀ ਹੈ, ਆਉਣ ਵਾਲੇ ਸਮੇਂ 'ਚ ਕੀ ਹੋਵੇਗਾ ਉਹਨੂੰ ਵੀ ਵੇਖ ਸਕਦੀ। ਉਹਨੂੰ ਕਹਿੰਦੇ ਨੇ ਦਿਵਿਆ ਦ੍ਰਿਸ਼ਟੀ, ਤ੍ਰਿਕਾਲਦਰਸ਼ੀ ਬਿਰਤੀ।
ਉਹ ਦਿਵ ਦ੍ਰਿਸ਼ਟੀ ਜਿਸ ਨਾਲ ਦਿਵਿਆ ਪ੍ਰਕਾਸ਼ ਪ੍ਰਮਾਤਮਾ ਦੇ ਦਰਸ਼ਨ ਹੁੰਦੇ, ਜਿਨ੍ਹਾਂ ਬਾਬਤ ਪਾਤਸ਼ਾਹ ਕਹਿੰਦੇ ਉਹ ਅੱਖਾਂ ਜਿਹੜੀਆਂ ਦਸੀਆਂ ਹੀ ਨਹੀਂ ਜਾ ਸਕਦੀਆਂ। ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਿਸੰਦੋ ਮਾਂ ਪਿਰੀ, ਉਹ ਹੈ ਦਿਵ ਦ੍ਰਿਸ਼ਟੀ। ਪਰ ਉਹ ਦਿਵ ਦ੍ਰਿਸ਼ਟੀ ਕਦੋਂ ਮਿਲੀ? ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦੋਂ ਸਤਿਗੁਰੂ ਜੀ ਮਿਲੇ। ਸਤਿਗੁਰ ਮਿਲਿਆ, ਸਤਿਗੁਰਾਂ ਨੂੰ ਮਿਲ ਕੇ ਦਿਵ ਦ੍ਰਿਸ਼ਟ ਹੋਈ, ਦਿਵਿਆ ਦ੍ਰਿਸ਼ਟੀ ਹੋ ਗਈ। ਹੁਣ ਅੱਖੀ ਬਾਝੋ ਵੇਖਣਾ, ਵਿਣ ਕੰਨਾ ਸੁਣਨਾ, ਇਹ ਅਵਸਥਾ ਪ੍ਰਾਪਤ ਹੋ ਗਈ। ਅੱਖਾਂ ਤੋਂ ਬਿਨਾਂ ਵੇਖਣ ਦੀ ਦ੍ਰਿਸ਼ਟੀ, ਬਿਨਾਂ ਅੱਖਾਂ ਤੋਂ ਕਿਵੇਂ ਵੇਖਿਆ ਜਾ ਸਕਦਾ? ਉਹ ਹੈ ਦਿਵ ਦ੍ਰਿਸ਼ਟੀ। ਜਿੱਥੇ ਹੱਡ ਚੰਮ ਦੇ ਬਣੇ ਨੇਤਰ ਨਹੀਂ, ਜਿੱਥੇ ਉਹ ਨੇਤਰ ਨੇ ਜਿਨ੍ਹਾਂ 'ਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ। ਗਿਆਨ ਅੰਜਨ ਗੁਰ ਦੀਆ, ਗਿਆਨ ਰੂਪੀ ਸੁਰਮਾ ਇਹਨਾਂ ਨੇਤਰਾਂ 'ਚ ਤਾਂ ਨਹੀਂ ਨਾ ਪੈਂਦਾ। ਉਹ ਸੁਰਤ ਦੇ ਨੇਤਰ ਨੇ, ਜਿਨ੍ਹਾਂ ਸੁਰਤ ਦੇ ਨੇਤਰਾਂ ਵਿੱਚ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਤੇ ਅੱਖਾਂ ਖੁੱਲ ਗਈਆਂ। ਇਉਂ ਜਾਪਦਾ ਜਿਵੇਂ ਮੋਤੀਆ ਬਿੰਦ ਆਇਆ ਹੋਇਆ ਸੀ, ਆਪਰੇਸ਼ਨ ਕਰਕੇ ਬਿੰਦ ਮੋਤੀਏ ਬਿੰਦ ਦਾ ਪਰਮੇਸ਼ਰ ਨੇ ਆਪਣੇ ਗਿਆਨ ਦਾ ਲੈਂਜ ਪਾ ਦਿੱਤਾ ਤੇ ਹੁਣ ਸਭ ਕੁਝ ਸਾਫ਼ ਹੋ ਗਿਆ, ਕਲੀਅਰ ਹੋ ਗਿਆ। ਉਹਨੂੰ ਕਹਿੰਦੇ ਆ ਦਿਵ ਦ੍ਰਿਸ਼ਟੀ। ਉਹ ਦਿਵ ਦ੍ਰਿਸ਼ਟੀ ਗੁਰੂ ਸਾਹਿਬ ਨੂੰ ਮਿਲੇ ਬਿਨਾਂ ਨਹੀਂ ਹੋ ਸਕਦੀ। ਤੁਸੀਂ ਅਕਸਰ ਵੇਖਿਆ ਹੋਣਾ, ਅੱਜ ਕੱਲ ਤਾਂ ਬਹੁਤ ਕੁਝ ਮਿਲ ਜਾਂਦਾ ਵੇਖਣ ਨੂੰ, ਕਿ ਬੰਦ ਨੇਤਰ, ਉਹਨਾਂ ਬੰਦ ਨੇਤਰਾਂ ਦੇ ਨਾਲ ਪਿਛਲੇ ਪਾਸੇ ਕੁਝ ਵਿਅਕਤੀ ਖੜੇ ਨੇ। ਉਹਨਾਂ ਖੜੇ ਵਿਅਕਤੀਆਂ ਵਿੱਚੋਂ ਵੇਖਣਾ ਕੌਣ ਵਿਅਕਤੀ ਖੜਾ, ਨਰ ਹੈ, ਇਸਤਰੀ ਹੈ, ਉਹਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਨੇ, ਕਿੰਨੀਆਂ ਉਂਗਲਾਂ ਖੜੀਆਂ ਕੀਤੀਆਂ ਨੇ। ਨੇਤਰ ਬੰਦ ਨਾਲ ਹੀ ਦੱਸਿਆ ਜਾ ਰਿਹਾ। ਕੋਈ ਸੁਰਤ ਤਾਂ ਜਾਗੀ ਹੈ ਨਾ ਅੰਦਰ, ਕੋਈ ਚੇਤਨਾ ਤਾਂ ਜਾਗੀ ਹੋਵੇਗੀ, ਉਹ ਤਾਂ ਸੂਖਸ਼ਮ ਰੂਪ ਵਿੱਚ ਜਾਗੀ ਹੈ। ਬ੍ਰਹਮਾਕਾਰ ਬਿਰਤੀ ਵਿੱਚ ਇਹੋ ਜੀ ਵਿਸ਼ਾਲ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਤਿੰਨਾਂ ਲੋਕਾਂ ਦੇ ਵਰਤਾਰੇ ਵਿੱਚ ਕਿੱਥੇ ਕੀ ਵਰਤ ਰਿਹਾ ਸਭ ਕੁਝ ਨਜ਼ਰ ਆ ਜਾਂਦਾ, ਸਭ ਕੁਝ ਸੁੱਝ ਜਾਂਦਾ, ਸਭ ਕੁਝ ਦਿਸ ਪੈਂਦਾ। ਮੀਲਾਂ ਬੱਧੀ ਫਾਸਲਾ ਹੈ ਸਮੁੰਦਰ ਵਿੱਚ ਬਾਬਾ ਬਕਾਲਾ ਸਾਹਿਬ ਤੋਂ। ਵੇਖ ਲਿਆ ਹੈ ਕਿ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਬਰੇਤੀ ਵਿੱਚ ਧਸਿਆ ਹੋਇਆ। ਮੇਰੇ ਸਾਹਿਬ ਦੀ ਉਹ ਦਿਵ ਦ੍ਰਿਸ਼ਟੀ ਹੈ। ਇਹ ਭੌਰੇ ਵਿੱਚ ਬੈਠੇ ਵੇਖ ਸਕਦੇ ਆ। ਸੈਂਕੜੇ ਮੀਲਾਂ ਦਾ ਪੰਧ। ਸੋ ਦਿਵਿਆ ਦ੍ਰਿਸ਼ਟੀ ਸਤਿਗੁਰੂ ਨੂੰ ਮਿਲੇ ਬਿਨਾਂ ਨਹੀਂ ਜਾਗਦੀ। ਜਿਹੜੇ ਸਤਿਗੁਰਾਂ ਨੂੰ ਮਿਲ ਪਏ ਉਹਨਾਂ ਨੂੰ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ ਦੇ ਦਿੱਤੀ। ਉਹਨਾਂ ਨੇ ਵੇਖ ਲਿਆ ਵੀ ਇਹ ਸਭ ਕੱਚ ਪਿੱਚ ਹੈ, ਸੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜੋ ਕਹਿ ਰਹੇ ਨੇ ਸਤਿਗੁਰੂ ਇਹੀ ਸੱਚ ਹੈ। ਇਹ ਦਿਵ ਦ੍ਰਿਸ਼ਟੀ ਨਾਲ ਵੇਖ ਲਿਆ। ਈਸ ਰਬਣੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਈ। ਇਹ ਮੇਰੇ ਸ਼ਰਵਣੋ, ਆਪਣੇ ਕੰਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਆ ਕਿ ਹੇ ਮੇਰੇ ਸਰਵਣੋ, ਤੁਹਾਨੂੰ ਇਸ ਸਰੀਰ ਨਾਲ ਲਾ ਕੇ ਪਰਮੇਸ਼ਰ ਨੇ ਭੇਜਿਆ। ਤੁਹਾਡਾ ਮਤਲਬ ਪਤਾ ਕੀ ਹੈ ਲੱਗਣ ਦਾ ਸਰੀਰ ਨਾਲ? ਕਿ ਤੁਸੀਂ ਪਰਮੇਸ਼ਰ ਦੇ ਸੱਚੇ ਨਾਮ ਨੂੰ ਸੁਣਨਾ। ਤੁਹਾਨੂੰ ਸੱਚੀ ਬਾਣੀ ਸੁਣਨ ਵਾਸਤੇ, ਸੱਚਾ ਨਾਮ ਸੁਣਨ ਵਾਸਤੇ ਪਠਾਏ ਭੇਜਿਆ ਅਕਾਲ ਪੁਰਖ ਨੇ। ਸੱਚੀ ਬਾਣੀ ਸੁਣਨ ਵਾਸਤੇ, ਨਾਮ ਸੁਣਨ ਵਾਸਤੇ। ਇੱਕ ਗ੍ਰੰਥ ਹੈ ਜੋ ਕਲਗੀਧਰ ਸੁਆਮੀ ਜੀ ਨੇ ਆਪਣੇ 52 ਕਵੀਆਂ ਚੋਂ ਕਵੀ ਹਿਰਦੇ ਰਾਮ ਜੀ ਪਾਸੋਂ ਬ੍ਰਿਜ ਭਾਸ਼ਾ ਚ ਅਨੁਵਾਦ ਕਰਾਇਆ ਸੀ ਸੰਸਕ੍ਰਿਤ ਤੋਂ। ਉਸ ਗ੍ਰੰਥ ਦਾ ਨਾਮ ਹੈ ਹਨੂਮਾਨ ਨਾਟਕ। ਕਵਿਤਾ ਦਾ ਗ੍ਰੰਥ ਹੈ। ਕਹਿੰਦੇ ਸ਼ੇਸ਼
ਬ੍ਰਹਮਾ ਜੀ ਨੂੰ ਲਾਂਭਾ ਦੇ ਰਿਹਾ, ਕਿਉਂਕਿ ਸੱਪ ਦੇ ਕੰਨ ਨਹੀਂ ਹੁੰਦੇ। ਸ਼ੇਸ਼ ਸੱਪ ਹੈ, ਨਾਗ ਹੈ, ਉਹ ਲਾਂਭਾ ਦਿੰਦਾ, ਕਹਿੰਦਾ ਹੇ ਬ੍ਰਹਮਾ, ਉਹ ਦੁਨੀਆ ਦੇ ਸਾਰੇ ਜੀਵਾਂ ਨੂੰ ਕੰਨ ਲਾਏ ਨੇ, ਮੈਨੂੰ ਕਿਉਂ ਨਹੀਂ ਲਾਏ? ਮੈਨੂੰ ਕੱਲੀਆਂ ਜੀਭਾਂ ਦੇ ਦਿੱਤੀਆਂ 1000 ਤੇ ਕੰਨ ਮੈਨੂੰ ਲਾਏ ਨਹੀਂ। ਮੇਰੇ ਨਾਲ ਤੂੰ ਇਹ ਦਵੰਜ ਕਿਉਂ ਕੀਤਾ? ਕਵੀ ਦੀ ਉਡਾਰੀ ਹੁੰਦੀ ਹੈ, ਇਹਨੂੰ ਕਾਵ ਉਡਾਰੀ ਕਹਿੰਦੇ। ਵੀ ਜੇ ਮੈਨੂੰ ਵੀ ਕੰਨ ਦੇ ਦਿੰਦਾ ਤੇ ਮੈਂ ਵੀ ਰੱਬ ਦੇ ਗੁਣ ਸੁਣ ਲੈਂਦਾ, ਭਗਵਾਨ ਦੇ ਗੁਣ ਸੁਣ ਲੈਂਦਾ, ਰਾਮ ਦੇ ਗੁਣ ਸੁਣ ਲੈਂਦਾ। ਤੇ ਬ੍ਰਹਮਾ ਜੀ ਕਹਿੰਦੇ ਸ਼ੇਸ਼ ਤੂੰ ਗੁੱਸਾ ਨਾ ਕਰ, ਨਾਰਾਜ਼ ਨਾ ਹੋ। ਦਰਅਸਲ ਤੇਰੇ ਬਾਬਤ ਏਦਾਂ ਕਿਹਾ ਜਾਂਦਾ ਵੀ ਤੂੰ ਚੁੱਕੀ ਆ ਧਰਤੀ ਸਿਰ ਤੇ ਪਰਮੇਸ਼ਰ ਦੇ ਰਾਮ ਦੇ ਗੁਣ ਸੁਣਨ ਵਾਲਾ ਆਪਣਾ ਸਿਰ ਨਾ ਹਿਲਾਵੇ ਰਸ ਵਿੱਚ ਆ ਕੇ ਤੇ ਹੋ ਨਹੀਂ ਸਕਦਾ। ਜਦੋਂ ਪਰਮੇਸ਼ਰ ਦੇ ਗੁਣ ਸੁਣੀਏ, ਰਾਮ ਦੇ ਗੁਣ ਸੁਣੀਏ, ਤੇ ਸੁਣਨ ਵਾਲੇ ਸਿਰ ਹਿਲਾਉਂਦੇ ਆ, ਉਹਦੇ ਰਸ ਵਿੱਚ ਝੂਮਦੇ ਆ। ਸੁਣ ਸੁਣ ਕੇ ਤੂੰ ਵੀ ਸੁਣ ਕੇ ਆਪਣਾ ਸਿਰ ਹਿਲਾਉਣਾ ਸੀ ਤੇ ਧਰਤੀ ਤੇ ਪਰਲੇ ਆ ਜਾਣੀ ਸੀ। ਇਸ ਕਰਕੇ ਤੈਨੂੰ ਕੰਨ ਨਹੀਂ ਜੇ ਦਿੱਤੇ। ਇਹ ਕਵੀ ਦੀ ਉਡਾਰੀ ਹੈ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਸ਼ੇਸ਼ ਨੇ ਧਰਤੀ ਚੁੱਕੀ ਹੈ ਸਿਰ ਤੇ। ਉਹ ਤਾਂ ਗੁਰਬਾਣੀ ਵਿੱਚ ਪਾਤਸ਼ਾਹ ਨੇ ਫੈਸਲਾ ਕੀਤਾ ਕਿ ਧਰਤੀ ਥੱਲੇ ਨਾ ਕੋਈ ਸ਼ੇਸ਼ ਹੈ ਤੇ ਨਾ ਕੋਈ ਧੌਲਾ ਬਲਦ ਹੈ। ਇਹ ਪਰਮਾਤਮਾ ਦੀ ਸੱਤਾ ਕਰਕੇ ਟਿਕੀ ਹੋਈ। ਪਰ ਇੱਕ ਪ੍ਰੇਮ ਰਸ ਵਿੱਚ ਜਿਵੇਂ ਕਵੀ ਦੀ ਉਡਾਰੀ ਹੁੰਦੀ ਹੈ ਕਿ ਪ੍ਰਭੂ ਦਾ ਜਸ ਸੁਣਨੇ ਵਾਲੇ ਉਹਦੇ ਰੰਗ ਵਿੱਚ ਝੂਮ ਉੱਠਦੇ ਹੈ, ਉਹਦੀ ਮਸਤੀ 'ਚ ਝੂਮ ਉੱਠਦੇ ਹੈ। ਹੇ ਮੇਰੇ ਸਰਵਣੋ, ਤੁਹਾਨੂੰ ਇਹ ਸੰਸਾਰ ਵਿੱਚ ਸੱਚ ਸੁਣਨ ਨੂੰ ਭੇਜਿਆ ਪਰਮੇਸ਼ਰ। ਵੈਸੇ ਮਾਫ ਕਰਨਾ, ਕਿਸੇ ਦੇ ਕੰਨ ਸੱਚ ਸੁਣ ਕੇ ਰਾਜੀ ਨਹੀਂ ਹੁੰਦੇ। ਅਸੀਂ ਉਹ ਸੁਣਨਾ ਚਾਹੁੰਦੇ ਹਾਂ ਜੋ ਸਾਡੀ ਇੱਛਾ ਹੈ, ਜੋ ਸਾਡੀ ਖਾਹਿਸ਼ ਹੈ, ਅਸੀਂ ਉਹ ਸੁਣਨਾ ਚਾਹੁੰਦੇ। ਅਕਸਰ ਕਈ ਵਾਰੀ ਕਥਾ ਦੇ ਸਮਾਗਮਾਂ ਤੇ ਜਾਈਏ ਤੇ ਕਈ ਸੱਜਣ ਉਚੇਚੇ ਤੌਰ ਤੇ ਆ ਕੇ, ਯਾਨੀ ਜੀ ਇਸ ਵਿਸ਼ੇ ਤੇ ਸਾਨੂੰ ਸਾਡੀ ਕਮੇਟੀ ਵਾਲੇ ਇੰਜ ਕਰਦੇ ਆ, ਇੱਥੋਂ ਦੀ ਇਹਦੇ ਤੇ ਬੋਲਿਓ। ਸਪਸ਼ਟ ਲਫ਼ਜ਼ਾਂ 'ਚ ਉਹਨਾਂ ਨੂੰ ਬੇਨਤੀ ਕਰ ਦੇਈਦੀ ਹੈ ਵੀ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਮੈਂ ਉਹ ਸੁਣਾਉਣ ਨਹੀਂ ਆਇਆ। ਜੋ ਸਤਿਗੁਰਾਂ ਦੀ ਬਾਣੀ ਕਹੇਗੀ ਉਹ ਸੁਣਾਵਾਂਗੇ। ਕਹਿਣ ਤੋਂ ਭਾਵ ਕਿ ਸਾਡੇ ਕੰਨ ਜੋ ਸੁਣਨਾ ਚਾਹੁੰਦੇ, ਅਸੀਂ ਕਹਿੰਦੇ ਕੋਈ ਉਹੀ ਸਾਨੂੰ ਕੁਝ ਸੁਣਾਵੇ। ਰਾਗੀ ਸਿੰਘ ਵੀ ਉਹੀ ਸ਼ਬਦ ਪੜ੍ਹਨ ਬਾਰ-ਬਾਰ ਜਿਹੜੇ ਸਾਨੂੰ ਸੁਣਨ ਦੀ ਇੱਛਾ ਹੈ। ਤਾਂ ਉਹ ਰਾਗੀ ਸਿੰਘ ਜੇ ਹੋਰ ਕੋਈ ਸ਼ਬਦ ਵੀ ਪੜ੍ਹਨਾ ਚਾਹੇ, ਅਸੀਂ ਕਹਿੰਦੇ ਨਹੀਂ ਜੀ ਉਹ ਪੜ੍ਹੋ, ਕਿਉਂਕਿ ਅਸੀਂ ਆਪਣੀ ਧਾਰਨਾ ਬਣਾਈ ਵੀ ਇਹ ਸ਼ਬਦ ਮੈਨੂੰ ਆਉਂਦਾ, ਇਹਨੂੰ ਪੜ੍ਹਨ ਨਾਲ ਮੇਰੀ ਇਹ ਇੱਛਾ ਪੂਰੀ ਹੋਵੇਗੀ ਜਾਂ ਸੁਣਨ ਨਾਲ ਇੱਛਾ ਪੂਰੀ ਹੋਵੇਗੀ। ਰਾਗੀ ਸਿੰਘ ਵੀ ਇਹੀ ਗਾਵੇ। ਐਸਾ ਨਹੀਂ ਹੋਇਆ। ਇਹ ਸਰਵਣ ਪਰਮੇਸ਼ਰ ਦਾ ਜਸ ਸੁਣਨੇ ਨੂੰ ਪ੍ਰਾਪਤ ਹੋਏ ਨੇ ਔਰ ਸੱਚ ਸੁਣਨ ਨੂੰ ਪ੍ਰਾਪਤ ਹੋਏ ਨੇ। ਸਾਡੇ ਕੰਨ ਸੱਚ ਸੁਣਨਾ ਨਹੀਂ ਚਾਹੁੰਦੇ। ਸਾਡੇ ਕੰਨ ਸੁਣਨਾ ਚਾਹੁੰਦੇ ਨੇ ਆਪਣੀ ਸਿਫਤ, ਆਪਣੀ ਵਡਿਆਈ, ਆਪਣੀ ਸਲਾਘਾ ਤੇ ਦੂਸਰੇ ਦੀ ਨਿੰਦਾ। ਇੱਕ ਵਿਦਵਾਨ ਬੜਾ ਸੁੰਦਰ ਕਹਿੰਦਾ ਮੇਰੇ ਕੰਨ ਨਾ ਕਈ ਵਾਰੀ ਬੌਲੇ ਹੋ ਜਾਂਦੇ ਨੇ ਤੇ ਕਦੇ-ਕਦੇ ਸੁਣਨ ਲੱਗ ਪੈਂਦੇ ਆ। ਜਿਵੇਂ ਅਕਸਰ ਕਈ ਵਾਰੀ ਕੋਈ ਬੰਦਾ ਬਜ਼ੁਰਗ ਹੋ ਜਾਏ ਨਾ ਬਹੁਤਾ, ਤੁਸੀਂ ਆਮ ਵਰਤਾਰਾ ਵੇਖਿਆ ਹੋਣਾ ਵੀ ਉਹ ਬਜ਼ੁਰਗ ਜਦੋਂ ਉੱਚਾ ਸੁਣਨ ਲੱਗ ਪੈਂਦੇ ਆ, ਕਦੇ ਬਿਲਕੁਲ ਧੀਮੀ ਆਵਾਜ਼ ਵਿੱਚ ਬੋਲੋ ਤੇ ਸੁਣ ਲੈਂਦੇ ਆ, ਕਦੇ ਬਹੁਤ ਉੱਚਾ ਵੀ ਬੋਲੋ ਤੇ ਨਹੀਂ ਸੁਣਦੇ। ਦਰਅਸਲ ਉਹਨਾਂ ਦਾ ਜਿਹੜਾ ਨਰਵਸ ਸਿਸਟਮ ਹੁੰਦਾ ਹੈ ਇਕਾਗਰਤਾ ਵਾਲਾ, ਜਦੋਂ ਬਣੀ ਹੁੰਦੀ ਆ ਉਦੋਂ ਥੋੜੀ ਆਵਾਜ਼ ਵਿੱਚ ਵੀ ਸੁਣ ਲੈਂਦੇ ਆ, ਤੇ ਜੇ ਉਹ ਨਾ ਇਕਾਗਰਤਾ ਹੋਵੇ ਬਹੁਤੀ ਉੱਚੀ ਆਵਾਜ਼ ਵਿੱਚ ਵੀ ਉਹ ਨਹੀਂ ਸੁਣਦੇ।
ਜੇ ਅਕਸਰ ਉਹਨਾਂ ਦੇ ਕੋਲ ਉਹਨਾਂ ਦੇ ਬੱਚੇ ਪੁੱਤਰ ਪੋਤਰੇ ਕਹਿੰਦੇ ਹੁੰਦੇ, ਬਾਪੂ ਮਤਲਬ ਦੀ ਗੱਲ ਹੋਵੇ ਸੁਣ ਲੈਂਦਾ, ਮਤਲਬ ਦੀ ਨਾ ਹੋਵੇ ਤੇ ਸੁਣਦਾ ਹੀ ਨਹੀਂ। ਜਦੋਂ ਸਾਡੇ ਮਤਲਬ ਦੀ ਹੋਵੇ ਫਿਰ ਨਹੀਂ ਸੁਣਦਾ। ਪਰ ਉਹਦੀ ਉਹ ਮਜਬੂਰੀ ਹੈ ਉਸ ਬਜ਼ੁਰਗ ਦੀ, ਉਹ ਜਾਣ-ਬੁੱਝ ਕੇ ਐਸਾ ਨਹੀਂ ਕਰ ਰਿਹਾ, ਪਰ ਅਸੀਂ ਜਾਣ-ਬੁੱਝ ਕੇ ਕਰਦੇ ਹਾਂ। ਕਦੇ ਤਾਂ ਬਹੁਤ ਬਹਿਰੇ ਹੋ ਜਾਂਦੇ ਹਾਂ, ਸੁਣਦੇ ਹੀ ਨਹੀਂ, ਤੇ ਕਦੇ-ਕਦੇ ਸੁਣਨ ਲੱਗ ਪੈਂਦੇ ਆ। ਜਦੋਂ ਤਾਂ ਹੋਵੇ ਮੇਰੀ ਸਿਫਤ ਦੀ ਗੱਲ, ਮੇਰੀ ਵਡਿਆਈ ਦੀ ਗੱਲ, ਉਦੋਂ ਸਾਨੂੰ ਸੁਣਨ ਲੱਗ ਪੈਂਦਾ। ਤੇ ਜਦੋਂ ਕਿਤੇ ਕੋਈ ਸੁਣਾਵੇ ਵੀ ਤੇਰੇ 'ਚ ਕੋਈ ਕਮੀ ਹੈ, ਤੂੰ ਕੋਈ ਭੁੱਲ ਕੀਤੀ ਹੈ, ਤੂੰ ਕੋਈ ਗੁਨਾਹ ਕੀਤਾ, ਉਦੋਂ ਸਾਡੇ ਕੰਨ ਬੋਲੇ ਹੋ ਜਾਂਦੇ ਆ, ਨਹੀਂ ਸੁਣਨਾ ਚਾਹੁੰਦੇ, ਆਪਣੀ ਗਲਤੀ ਨਹੀਂ ਸੁਣਨਾ ਚਾਹੁੰਦੇ। ਦੂਜਿਆਂ ਦੀਆਂ ਗਲਤੀਆਂ ਸੁਣਨੀਆਂ ਹੋਣ ਝੱਟ ਤਿਆਰ ਹੋ ਜਾਂਦੇ। ਫਿਰ ਤਾਂ ਕੰਧਾਂ ਦੇ ਪਾਰਲੇ ਪਾਸੇ ਵੀ ਕੀ ਗੱਲ ਹੁੰਦੀ ਆ, ਉਹਨੂੰ ਵੀ ਸੁਣਨ ਦੀ ਇੱਛਾ ਹੁੰਦੀ ਵੀ ਸੁਣੀਏ। ਦਰਅਸਲ ਇਹ ਸ਼ਰਵਣ ਸੱਚ ਸੁਣਨ ਨੂੰ ਪ੍ਰਾਪਤ ਹੋਏ ਹੈ। ਮਹਾਰਾਜ ਜੀ ਕਹਿੰਦੇ, ਹੇ ਮੇਰੇ ਸਰਵਣੋ, ਸਾਚਾ ਸੁਣਨਾ ਨੂੰ ਪਠਾਏ। ਪਰਮੇਸ਼ਰ ਦਾ ਨਾਮ ਸੱਚ ਹੈ, ਹਰੀ ਦਾ ਨਾਮ ਸੱਚ ਹੈ, ਉਸ ਨੂੰ ਸੁਣਨ ਵਾਸਤੇ ਤੁਹਾਨੂੰ ਭੇਜਿਆ ਹੋਇਆ ਹੈ। ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚ ਸੁਣਨ ਨੂੰ ਭੇਜਿਆ ਹੈ, ਹੇ ਮੇਰੇ ਸ਼ਰਵਣੋ, ਤੁਹਾਨੂੰ ਇਹ ਸਰੀਰ ਨਾਲ ਲਾਇਆ ਪਰਮੇਸ਼ਰ ਨੇ, ਬਾਣੀ ਸੁਣਨ ਵਾਸਤੇ ਲਾਇਆ, ਸੱਚੀ ਬਾਣੀ ਸੁਣੋ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਜਦੋਂ ਸਤਿਗੁਰਾਂ ਦੀ ਬਾਣੀ ਸੁਣੋਗੇ, ਤੁਹਾਡਾ ਮਨ ਤੇ ਤਨ ਹਰਿਆ ਹੋ ਜਾਏਗਾ, ਤੇ ਰਸਨਾ ਪਰਮੇਸ਼ਰ ਦੇ ਨਾਮ ਰਸ ਵਿੱਚ ਸਮਾ ਜਾਵੇਗੀ। ਸੱਚ ਅਲਖ ਬੇਡਾਣੀ, ਤਾਕੀ ਗਤ ਕਹੀ ਨ ਜਾਏ। ਫਿਰ ਤੈਨੂੰ ਸਮਝ ਪਵੇਗੀ ਕਿ ਉਹ ਪਰਮਾਤਮਾ ਅਕਾਲ ਪੁਰਖ ਅਲੱਖ ਹੈ, ਉਹਦੇ ਚੋਜ ਵਿਡਾਣ ਵਿਸਮਾਦ ਵਾਲੇ ਹਨ, ਉਹਦੀ ਗਤ ਮਿਤ ਕਹੀ ਨਹੀਂ ਜਾਂਦੀ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨੈ ਨੋ ਪਠਾਏ। ਸਤਿਗੁਰੂ ਜੀ ਫਰਮਾਉਂਦੇ ਆ, ਹੇ ਮੇਰੇ ਸਰਵਣੋ, ਪਰਮੇਸ਼ਰ ਦਾ ਅੰਮ੍ਰਿਤ ਨਾਮ ਸੁਣੋ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਪਰਮੇਸ਼ਰ ਦਾ ਅੰਮ੍ਰਿਤ ਨਾਮ ਸੁਣੋ, ਕਿਉਂਕਿ ਸੱਚਾ ਨਾਮ ਸੁਣਨ ਵਾਸਤੇ ਹੀ ਤੁਹਾਨੂੰ ਇਹ ਸੰਸਾਰ 'ਚ ਭੇਜਿਆ ਹੈ। ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਆ ਸਰੀਰ ਦੀ ਗੁਫਾ ਰਚ ਕੇ ਨਾ ਇਹਦੇ 'ਚ ਸਵਾਸਾਂ ਦਾ ਵਾਜਾ ਵਜਾਇਆ ਹੋਇਆ। ਜਦੋਂ ਤੱਕ ਉਹ ਵੱਜਣਾ ਉਦੋਂ ਤੱਕ ਇਹਨੇ ਚੱਲਣਾ। ਸਵਾਸ ਪਾਏ ਆ ਨਾ ਇਹਦੇ ਵਿੱਚ ਸਰੀਰ 'ਚ ਪਰਮੇਸ਼ਰ ਨੇ, ਇਹ ਗੁਫਾ ਰਚ ਕੇ ਪਰਮੇਸ਼ਰ ਨੇ ਇਹਦੇ ਵਿੱਚ ਸਵਾਸਾਂ ਦੀ ਗੰਢ ਬੰਨ੍ਹ ਦਿੱਤੀ ਹੈ। ਜਿੰਨਾ ਚਿਰ ਉਹ ਵੱਜੀ ਹੋਈ ਆ ਉਹਨਾਂ ਚਿਰ ਇਹ ਵਾਜਾ ਵੱਜ ਰਿਹਾ ਸਵਾਸਾਂ ਦਾ ਅੰਦਰ। ਹਾਂਜੀ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਉਹ ਪਵਨ ਦਾ ਸਵਾਸਾਂ ਦਾ ਜਿਹੜਾ ਵਾਜਾ ਵਜਾਇਆ ਨਾ, ਉਹਦੇ ਨਾਲ 9 ਦੁਆਰੇ ਤਾਂ ਕਰ ਦਿੱਤੇ ਪ੍ਰਗਟ, ਅੱਖਾਂ ਨਾਸਕਾ ਮੂੰਹ ਗੋਦਾ ਆਦਿਕ, ਇਹ 9 ਦੁਆਰੇ ਤਾਂ ਕਰ ਦਿੱਤੇ ਪ੍ਰਗਟ, ਪਰ ਜਿਹੜਾ 10ਵਾਂ ਸੀ ਉਹ ਅੰਦਰ ਗੁਪਤ ਕਰ ਦਿੱਤਾ। ਜਿਹੜਾ 10ਮ ਦੁਆਰਾ ਹੈ, ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਕਹਿੰਦੇ ਉਹ 10ਮ ਦੁਆਰ ਜਿਹੜਾ ਸੀ ਉਹ ਅੰਦਰ ਗੁਪਤ ਰੱਖ ਦਿੱਤਾ। ਗੁਰਦੁਆਰੇ ਲਾਏ ਭਾਵਨੀ, ਇਕ ਨਾ 10ਵਾਂ ਦੁਆਰ ਦਿਖਾਇਆ। ਜਿਨ੍ਹਾਂ ਦੀ ਗੁਰੂ ਦੁਆਰੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਨਾਲ ਭਾਵਨਾ ਬਣ ਗਈ, ਸ਼ਰਧਾ ਬਣ ਗਈ। ਭਾਵਨੀ ਦਾ ਇੱਥੇ ਅਰਥ ਕਰਾਂਗੇ ਸ਼ਰਧਾ। ਜਿਨ੍ਹਾਂ ਅੰਦਰ ਗੁਰੂ ਪਾਤਸ਼ਾਹ ਦੇ ਚਰਨਾਂ ਤੇ ਭਾਵਨੀ ਬਣ ਗਈ, ਉਹਨਾਂ ਨੂੰ ਇਕਨਾਂ ਨੂੰ ਮਹਾਰਾਜ ਜੀ ਨੇ ਅੰਦਰੋਂ ਹੀ ਉਸ 10ਮ ਦੁਆਰ ਦੇ ਦਰਸ਼ਨ ਕਰਾ ਦਿੱਤੇ। ਉਸ 10ਮ ਦੁਆਰ ਨੂੰ ਅੰਦਰੋਂ ਹੀ ਖੋਲ ਕੇ ਪ੍ਰਗਟ ਕਰ ਦਿੱਤਾ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਇਹ ਭਾਈ ਜਦੋਂ ਉਸ 10ਮ ਦੁਆਰੇ ਦੇ ਵਿੱਚ ਦਰਸ਼ਨ ਹੋਏ, ਉੱਥੇ ਅਨੇਕਾਂ ਹੀ ਰੂਪ ਆ, ਇਹੋ ਜਿਹੇ ਬ੍ਰਹਿਮੰਡ ਅਨੇਕਾਂ ਹੀ ਨੇ ਉੱਥੇ, ਅਨੇਕਾਂ ਹੀ 9 ਨਿਧੀਆਂ ਦੇ ਖਜ਼ਾਨੇ ਨੇ ਉੱਥੇ। ਕੀ ਕੁਝ ਹੈ, ਕਹਿੰਦੇ ਉਹਦਾ ਅੰਤ ਹੀ ਨਹੀਂ। ਉਸ 10ਮ ਦੁਆਰ ਵਿੱਚ ਕਿੱਥੇ ਕੀ ਵਰਤ ਰਿਹਾ, ਕਿਤਨਾ ਕੁਝ ਹੈ, ਕਹਿੰਦੇ ਉਹਦਾ ਅੰਤ ਹੀ ਨਹੀਂ ਪਾਇਆ ਜਾਂਦਾ। ਕਹੈ ਨਾਨਕ ਹਰ ਪਿਆਰੇ ਜੀਓ,
ਗੁਫਾ ਅੰਦਰ ਰੱਖ ਕੈ ਵਾਜਾ ਪਵਨ ਬਜਾਇਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਕਿ ਹਰੀ ਪਿਆਰੇ ਨੇ ਇਸ ਗੁਫਾ ਦੇ ਵਿੱਚ ਸਰੀਰ ਦੀ ਰਚਨਾ ਕਰਕੇ ਜਿਹੜਾ ਅੰਦਰ ਪਾ ਕੇ ਪਰਮੇਸ਼ਰ ਨੇ ਸਵਾਸਾਂ ਦਾ ਵਾਜਾ ਪਵਨ ਦਾ ਵਜਾਇਆ ਹੈ। ਇਹੋ ਸਾਚਾ ਸੋਹੇਲਾ ਸਾਚਾ ਘਰ ਗਾਵਹੋ। ਇਹ ਅਖੀਰਲੀਆਂ 2 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦਾ ਪੜਨ ਦਾ ਮਹਾਤਮ ਦੱਸਦੇ ਆ। ਇਹ ਮਹਾਤਮ ਦੱਸ ਰਹੇ ਨੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਵੀ ਇਸ ਬਾਣੀ ਨੂੰ ਪੜਨ ਸੁਣਨ ਦਾ ਮਹਾਤਮ ਕੀ ਹੈ। ਜਿਵੇਂ ਸੁਖਮਣੀ ਸਾਹਿਬ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਦੀ ਬਾਣੀ ਪੜਨ ਸੁਣਨ ਦਾ ਮਹਾਤਮ ਦੱਸਿਆ ਨਾ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰਿ ਪ੍ਰਭ ਚੀਤ। ਉਹ ਬਾਣੀ ਦਾ ਮਹਾਤਮ ਹੈ। ਇਸੇ ਤਰ੍ਹਾਂ ਇਹਨਾਂ 2 ਪੌੜੀਆਂ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਦਾ ਮਹਾਤਮ ਹੈ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ। ਹੇ ਭਾਈ, ਇਹ ਸੱਚਾ ਸੋਹਿਲਾ ਹੈ ਪਰਮੇਸ਼ਰ ਦੀ, ਇਹ ਸੱਚੀ ਸਿਫਤ ਹੈ। ਸਾਧ ਸੰਗਤ ਰੂਪੀ ਸੱਚੇ ਘਰ ਵਿੱਚ ਆ ਕੇ ਇਸ ਸੋਹਿਲੇ ਨੂੰ ਗਾਵਣਾ ਕਰੋ। ਗਾਵਹੁ ਤਾਂ ਸੋਹੇਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵਹਿ। ਇਹ ਭਾਈ, ਇਸ ਸੋਹਿਲੇ ਨੂੰ ਸੱਚੇ ਘਰ ਵਿੱਚ ਸਾਧ ਸੰਗਤ ਵਿੱਚ ਆ ਕੇ ਗਾਵੋ ਜਿੱਥੇ ਸਦਾ ਹੀ ਸੱਚ ਨੂੰ ਧਿਆਵਿਆ ਜਾਂਦਾ ਹੈ। ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵਹਿ। ਜਿਨ੍ਹਾਂ ਨੂੰ ਸਤਿਗੁਰੂ ਜੀ ਆਪ ਕਿਰਪਾ ਕਰਕੇ ਬੁਝਾਉਂਦੇ ਐ ਉਹੀ ਸੱਚ ਸਰੂਪ ਪਰਮੇਸ਼ਰ ਨੂੰ ਧਿਆਉਂਦੇ ਨੇ ਔਰ ਅਕਾਲ ਪੁਰਖ ਜੀ ਨੂੰ ਭਾਉਂਦੇ ਹਨ। ਇਹੋ ਸਾਚੋ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ। ਇਹ ਜਿਹੜਾ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ ਇਹ ਸੰਸਾਰ ਦੇ ਸਮਸਤ ਜੀਵਾਂ ਦਾ ਖਸਮ ਹੈ, ਸਭ ਦਾ ਮਾਲਕ ਹੈ। ਤੇ ਜਿਸ ਨੂੰ ਸਤਿਗੁਰੂ ਜੀ ਬਖਸ਼ ਲੈਂਦੇ ਹਨ ਉਹੀ ਉਸ ਸੱਚ ਸਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਹਨ। ਕਹੈ ਨਾਨਕ ਸੱਚ ਸੋਹੇਲਾ ਸੱਚਾ ਘਰ ਗਾਵਹਿ। ਭਾਈ, ਇਹ ਸੱਚਾ ਸੋਹਿਲਾ ਹੈ ਬਾਣੀ ਦਾ। ਇਹ ਸਾਧ ਸੰਗਤ ਰੂਪੀ ਸੱਚੇ ਘਰ ਦੇ ਵਿੱਚ ਗਾਵਣਾ ਕਰੋ। ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਆਨੰਦ ਆਮ ਕਰਕੇ ਅਸੀਂ ਬਹੁਤੇ ਸਾਰੇ ਵੀਰ ਆਨੰਦ ਸੁਣੋ ਬੜ ਭਾਗੀਓ ਕਹਿ ਦਿੰਦੇ ਆ, ਉੱਤੇ ਟਿੱਪੀ ਲਾ ਦਿੰਦੇ, ਟਿੱਪੀ ਲੱਗੀ ਨਹੀਂ ਹੋਈ। ਆਨੰਦ ਸੁਣੋ ਬੜ ਭਾਗੀਓ, ਇਹ ਵੱਡਾ ਇਹ ਵੱਡਿਆਂ ਭਾਗਾਂ ਵਾਲਿਓ। ਇਸ ਆਨੰਦ ਬਾਣੀ ਆਨੰਦ ਦਾ ਇਹ ਆਨੰਦ ਬਾਣੀ ਦਾ ਵਾਚਕ ਹੀ ਹੈ। ਇਸ ਆਨੰਦ ਬਾਣੀ ਨੂੰ ਸੁਣੋ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸੁਣਦੇ ਐ ਤੇ ਜਿਹੜੇ ਸੁਣਦੇ ਆ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਆ। ਸਗਲ ਮਨੋਰਥ ਪੂਰੇ। ਜਿਹੜੇ ਇਸ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਸੁਣਦੇ ਨੇ ਉਹਨਾਂ ਦੇ ਭਾਗ ਵੱਡੇ ਨੇ ਔਰ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ। ਇਸ ਬਾਣੀ ਨੂੰ ਪੜ੍ਹ ਕੇ ਆਨੰਦ ਸਾਹਿਬ ਨੂੰ ਸੁਣ ਕੇ ਪਾਰ ਬ੍ਰਹਮ ਪ੍ਰਭੂ ਦੇ ਸਵਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਰੱਬ ਮਿਲ ਜਾਂਦਾ, ਪਰਮੇਸ਼ਰ ਮਿਲ ਜਾਂਦਾ। ਔਰ ਜਿਸ ਪ੍ਰਭੂ ਨੂੰ ਪ੍ਰਾਪਤ ਕਰਕੇ ਜਿਤਨੇ ਝੋਰੇ ਸੀ ਮਨ ਦੇ, ਵਸੂਰੇ ਕਹਿੰਦੇ ਝੋਰਿਆਂ ਨੂੰ, ਜਿੰਨੇ ਮਨ ਦੇ ਝੋਰੇ ਸਨ ਉਹ ਸਾਰੇ ਹੀ ਲੱਥ ਗਏ, ਸਾਰੇ ਹੀ ਉਤਰ ਗਏ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਹਿਬ ਪੰਜਵੇਂ ਗੁਰਦੇਵ ਕਹਿੰਦੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਭਾਈ, ਉਹਨਾਂ ਦੇ ਸਾਰੇ ਦੁੱਖ ਰੋਗ ਸੰਤਾਪ ਉਤਰ ਜਾਂਦੇ ਹਨ ਜਿਹੜੇ ਇਸ ਸੱਚੀ ਬਾਣੀ ਨੂੰ ਆਨੰਦ ਸਾਹਿਬ ਜੀ ਦੀ ਬਾਣੀ ਨੂੰ ਸੁਣਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸਮਰਤ ਬਾਣੀ ਨੂੰ ਜਿਹੜੇ ਸੁਣਦੇ ਨੇ ਉਹਨਾਂ ਦੇ ਦੁੱਖ ਰੋਗ ਸੰਤਾਪ ਸਭ ਉਤਰ ਜਾਂਦੇ ਹਨ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਜਿਨ੍ਹਾਂ ਨੇ ਪੂਰੇ ਗੁਰੂ ਤੋਂ ਇਸ ਪਾਵਨ ਬਾਣੀ ਨੂੰ ਜਾਣਿਆ ਉਹ ਸੰਤ ਉਹ ਸੱਜਣ ਰਸ ਨਾਲ ਭਰ ਗਏ। ਸਰਸੇ ਦਾ ਮਤਲਬ ਰਸ ਦੇ ਨਾਲ ਭਰ ਗਏ, ਉਹ ਰਸ ਦੇ ਸਹਿਤ ਤਦਾਕਾਰ ਹੋ ਗਏ। ਸੁਣ ਤੇ ਪੁਨੀਤ ਕਹਤੇ ਪਵਿੱਤ। ਜਿਹੜੇ ਇਸ ਬਾਣੀ ਨੂੰ ਸੁਣਦੇ ਨੇ ਆਨੰਦ ਸਾਹਿਬ ਦੀ ਪਾਵਨ ਬਾਣੀ ਨੂੰ, ਪਾਤਸ਼ਾਹ ਕਹਿੰਦੇ ਉਹ ਪੁਨੀਤ ਹੋ ਗਏ, ਪਵਿੱਤਰ ਹੋ ਗਏ। ਤੇ ਜਿਹੜੇ ਕਹਿੰਦੇ ਨੇ ਇਸ ਬਾਣੀ ਨੂੰ ਪੜ੍ਹਦੇ ਨੇ ਉਹ ਵੀ ਪਵਿੱਤਰ ਹੋ ਗਏ। ਸਤਿਗੁਰ ਰਹਿਆ ਭਾਰ ਪੂਰੇ। ਇਹ ਭਾਈ, ਇਸ ਬਾਣੀ ਨਾਲ ਸਮਝ ਪਈ ਕਿ ਮੇਰੇ ਸਤਿਗੁਰੂ ਜੀ ਸਰਬ ਥਾਵਾਂ ਤੇ ਭਰਪੂਰ ਹਨ। ਸਤਿਗੁਰ ਰਿਹਾ ਭਰਪੂਰੇ
ਸਤਿਗੁਰੂ ਜੀ ਸਰਬ ਥਾਵਾਂ ਤੇ ਪਰਿਪੂਰਨ ਹਨ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਗੁਰੂ ਦੇ ਚਰਨੀ ਲੱਗੇ ਹਨ ਉਹਨਾਂ ਦੇ ਅੰਦਰ ਅਨਹਦ ਨਾਦਾਂ ਦੇ ਤੂਰੇ ਵਾਜੇ ਵੱਜ ਟੁਰੇ। ਜਿਹੜੇ ਸਤਿਗੁਰੂ ਜੀ ਦੇ ਚਰਨੀ ਲੱਗ ਗਏ ਉਹਨਾਂ ਦੇ ਹਿਰਦਿਆਂ ਵਿੱਚ ਅਨਹਦ ਨਾਦਾਂ ਦੇ ਤੂਰੇ ਸਾਜ਼ ਉਹ ਵੱਜ ਟੁਰੇ। ਸਤਿਗੁਰੂ ਜੀ ਕਿਰਪਾ ਕਰਨ, ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।